ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਾਡੇ ਜੀਵਨ ਦੀ ਸਫਲਤਾ ਵਾਸਤੇ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ। ਮਨਹੁ ਜੇ ਅੰਧੇ ਕੂਪ ਕਹਿਆ ਬਿਰਦ ਨਾ ਜਾਣਨੀ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਸ਼ਲੋਕ ਵਾਰਾਂ ਤੇ ਵਧੀਕ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਵਾਰਾਂ ਦਰਜ ਕੀਤੀਆਂ ਗਈਆਂ, ਉਸ ਤੋਂ ਵਧੀਕ ਜਿਹੜੇ ਪਾਵਨ ਸ਼ਲੋਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਕੱਤਰ ਕੀਤੇ ਨੇ, ਉਹਨਾਂ ਨੂੰ ਫਿਰ ਵਾਰਾਂ ਤੇ ਵਧੀਕ ਸਿਰਲੇਖ ਹੇਠ ਸਤਿਗੁਰੂ ਜੀ ਨੇ ਦਰਜ ਕਰਵਾਇਆ। ਅੱਜ ਦਾ ਜੋ ਆਪ ਜੀ ਨੇ ਪਾਠ ਸਰਵਨ ਕੀਤਾ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1411 ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਦੀ ਹਾਲਤ ਵੇਖਦੇ ਨੇ ਕਿ ਜਿਹੜਾ ਇਹ ਮਨੁੱਖੀ ਜਾਮਾ ਪਰਮੇਸ਼ਵਰ ਨੇ ਦਿੱਤਾ ਹੈ, ਇਸ ਮਨੁੱਖੀ ਜਾਮੇ ਦੇ ਵਿੱਚ ਮਨੁੱਖ ਬਾਹਰੋਂ ਕੁਝ ਹੋਰ ਹੈ, ਅੰਦਰੋਂ ਕੁਝ ਹੋਰ ਹੈ। ਜੈਸਾ ਇਹ ਬਾਹਰੋਂ ਹੈ ਵੈਸਾ ਅੰਦਰੋਂ ਨਹੀਂ, ਔਰ ਜੈਸਾ ਇਹ ਅੰਦਰੋਂ ਹੈ ਵੈਸਾ ਬਾਹਰੋਂ ਨਹੀਂ ਹੈ। ਜਾਂ ਜਿੱਦਾਂ ਦੀ ਸਾਡੇ ਅੰਦਰ ਦੀ ਸੋਚ ਹੈ, ਵਿਚਾਰ ਹੈ, ਜੋ ਸਾਡੇ ਦਿਮਾਗ ਦੇ ਵਿੱਚ ਜੋ ਕੁਝ ਭਰਿਆ ਹੈ, ਉਹ ਅਸੀਂ ਆਪਣੀ ਜ਼ੁਬਾਨ ਤੋਂ ਬੋਲ ਕੇ ਦੁਨੀਆ ਨੂੰ ਦੱਸਣਾ ਨਹੀਂ ਚਾਹੁੰਦੇ, ਤੇ ਜੋ ਅਸੀਂ ਆਪਣੀ ਜ਼ੁਬਾਨ ਤੋਂ ਬੋਲ ਕੇ ਦੁਨੀਆ ਨੂੰ ਦੱਸ ਰਹੇ ਹਾਂ, ਉਹ ਸਾਡੇ ਦਿਲ ਦਿਮਾਗ ਦੇ ਵਿੱਚ ਨਹੀਂ। ਇਸ ਲਈ ਜੈਸੇ ਅੰਦਰੋਂ ਹਾਂ ਵੈਸੇ ਬਾਹਰੋਂ ਨਹੀਂ, ਔਰ ਜੈਸੇ ਬਾਹਰੋਂ ਹਾਂ ਵੈਸੇ ਅੰਦਰੋਂ ਨਹੀਂ ਹਾਂ। ਕਹਿਣ ਤੋਂ ਭਾਵ ਕਿ ਅਸੀਂ ਬਾਹਰੋਂ ਚੰਗੇ ਹਾਂ, ਚੰਗੇ ਬਣ ਕੇ ਦੁਨੀਆ ਨੂੰ ਦਿਖਾ ਰਹੇ ਹਾਂ। ਜਿਹੜੇ ਚੰਗੇ ਨੇ ਉਹਨਾਂ ਨੂੰ ਮੁਬਾਰਕ ਹੈ, ਪਰ ਬਹੁਤਾਤ ਵਿੱਚ ਹਰ ਇਨਸਾਨ ਬਾਹਰੋਂ ਹਰ ਇੱਕ ਨੂੰ ਚੰਗਾ ਬਣ ਕੇ ਹੀ ਦਿਖਾਉਂਦਾ ਹੈ ਕਿ ਮੇਰੇ ਤੋਂ ਵੱਧ ਸਮਾਜ ਵਿੱਚ, ਸੰਸਾਰ ਵਿੱਚ ਹੋਰ ਕੋਈ ਵੀ ਚੰਗਾ ਨਹੀਂ। ਭਾਵੇਂ ਅੰਦਰ ਬੁਰਾਈਆਂ ਭਰੀਆਂ ਹੋਣ, ਅੰਦਰ ਮਨ ਦੇ ਵਿੱਚ ਭਾਵੇਂ ਖੋਟ ਹੋਵੇ, ਮਨ ਦੇ ਵਿੱਚ ਭਾਵੇਂ ਈਰਖਾ ਹੋਵੇ, ਨਫ਼ਰਤ ਹੋਵੇ, ਪਰ ਉਹ ਬਾਹਰੋਂ ਆਪਣੇ ਆਪ ਨੂੰ ਚੰਗਾ ਬਣ ਕੇ ਦੁਨੀਆ ਦੇ ਸਾਹਮਣੇ ਦਿਖਾਉਂਦਾ ਹੈ। ਤੇ ਦੁਨੀਆ ਬਾਹਰ ਦਾ ਰੂਪ ਦੇਖਦੀ ਹੈ, ਅੰਦਰ ਦਾ
ਰੂਪ ਨਹੀਂ ਕਿ ਅੰਦਰੋਂ ਇਹਦਾ ਜੀਵਨ ਕੈਸਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸਮਰਥ ਸਰਬ ਕਲਾ ਸਮਰੱਥ ਨੇ, ਤੇ ਗੁਰੂ ਸਾਹਿਬ ਸਾਡੇ ਬਾਹਰ ਦਾ ਰੂਪ ਨਹੀਂ, ਸਾਡੇ ਮਨ ਦੀ ਅਵਸਥਾ ਵੇਖਦੇ ਨੇ ਕਿ ਇਹ ਅੰਦਰੋਂ ਕੈਸਾ ਹੈ। ਸਾਡੇ ਅੰਦਰ ਮਨ ਦੀ ਅਵਸਥਾ ਨੂੰ ਬਦਲਣ ਦਾ ਯਤਨ ਕੀਤਾ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰਮੁਖ ਵੀ ਸ਼ਬਦ ਆਉਂਦਾ ਹੈ ਤੇ ਮਨਮੁਖ ਸ਼ਬਦ ਵੀ ਆਉਂਦਾ ਹੈ। ਗੁਰਬਾਣੀ ਵਿੱਚ ਕੁਚੱਜੀ ਵੀ ਆਇਆ ਤੇ ਸੁਚੱਜੀ ਵੀ ਆਇਆ। ਅਸੀਂ ਬਾਹਰ ਦਾ ਜੀਵਨ ਜਿਹੜਾ ਹੈ ਉਹ ਸੁਚੱਜਾ ਬਣਾ ਕੇ ਦੁਨੀਆ ਨੂੰ ਦਿਖਾਇਆ ਕਿ ਇਹਦੇ ਕੋਲ ਜੀਵਨ ਦਾ ਚੱਜ ਹੈ, ਇਹਦਾ ਜੀਵਨ ਬਹੁਤ ਹੀ ਚੰਗਾ ਹੈ, ਅੰਦਰੋਂ ਭਾਵੇਂ ਉਹ ਕੁਚੱਜਾ ਹੀ ਹੋਵੇ। ਬਾਹਰ ਦਾ ਜੀਵਨ ਅਸੀਂ ਇਸ ਤਰ੍ਹਾਂ ਦਾ ਬਣਾ ਲਿਆ ਕਿ ਲੋਕ ਕਹਿੰਦੇ ਨੇ ਇਹਦੇ ਕੋਲ ਬੜੇ ਚੰਗੇ ਗੁਣ ਨੇ, ਇਹ ਬੜਾ ਭਲਾ ਮਾਨਸ ਹੈ, ਬੜੇ ਚੰਗੇ ਗੁਣ ਨੇ, ਪਰ ਅੰਦਰ ਭਾਵੇਂ ਅਵਗੁਣਾਂ ਨਾਲ ਹੀ ਭਰਿਆ ਪਿਆ ਹੈ। ਹੁਣ ਸਮਾਜ ਨੂੰ ਤੇ ਅਸੀਂ ਭੁਲੇਖਾ ਪਾ ਦਿੱਤਾ, ਦੁਨੀਆ ਨੂੰ ਤੇ ਧੋਖਾ ਦੇ ਦਿੱਤਾ, ਪਰ ਜਿਹਨੇ ਸਾਡੀ ਜ਼ਿੰਦਗੀ ਦਾ ਨਿਬੇੜਾ ਕਰਨਾ ਹੈ ਉਹਨੂੰ ਅਸੀਂ ਧੋਖਾ ਕਿਵੇਂ ਦੇ ਸਕਦੇ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਝਾਉਣ ਦਾ ਯਤਨ ਕੀਤਾ ਕਿ ਦੂਜਿਆਂ ਨੂੰ ਚੰਗਾ ਬਣ ਕੇ ਤੂੰ ਦਿਖਾ ਰਿਹਾ ਹੈ, ਕਦੇ ਆਪਣੇ ਅੰਦਰ ਝਾਤ ਮਾਰ ਕੇ ਦੇਖ। ਜਿਸ ਦਿਨ ਤੂੰ ਆਪਣੇ ਜੀਵਨ ਦੇ ਵਿੱਚ ਝਾਤੀ ਮਾਰ ਕੇ ਵੇਖੇਂਗਾ, ਇੱਕੋ ਗੱਲ ਤੈਨੂੰ ਸਮਝ ਆਏਗੀ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਪਰਣਵਤ ਨਾਨਕ ਤਾਰੇ ਸੋਏ। ਹਜੇ ਤਾਂ ਬੰਦਾ ਕਹਿੰਦਾ ਵੀ ਮੈਂ ਚੰਗਾ ਹਾਂ, ਤੇ ਆਪਣੇ ਆਪ ਨੂੰ ਚੰਗਾ ਰੱਖ ਕੇ ਦੁਨੀਆ ਦੀ ਬੁਰਿਆਈ, ਦੁਨੀਆ ਦੀ ਨਿੰਦਾ ਇਹ ਸੰਸਾਰ ਵਿੱਚ ਕਰਦਾ ਪਿਆ ਮਨੁੱਖ। ਕਿਉਂ ਕਰ ਰਿਹਾ? ਕਿਉਂਕਿ ਉਹ ਆਪਣੇ ਆਪ ਨੂੰ ਚੰਗਾ ਸਮਝ ਰਿਹਾ। ਇਸੇ ਕਰਕੇ ਉਹ ਦੂਜਿਆਂ ਦੀ ਨਿੰਦਾ, ਦੂਜਿਆਂ ਦੀ ਬੁਰਿਆਈ ਕਰ ਰਿਹਾ। ਪਰ ਜਿਸ ਦਿਨ ਉਹਨੂੰ ਇਹ ਲੱਗੇਗਾ ਕਿ ਹਮ ਨਹੀਂ ਚੰਗੇ, ਮੈਂ ਆਪ ਚੰਗਾ ਨਹੀਂ ਹਾਂ, ਮੇਰੇ ਵਿੱਚ ਚੰਗੇ ਗੁਣ ਨਹੀਂ, ਉਹ ਕਦੇ ਕਿਸੇ ਦੀ ਨਿੰਦਾ ਨਹੀਂ ਕਰ ਸਕੇਗਾ, ਕਦੇ ਵੀ ਕਿਸੇ ਦੀ ਬੁਰਿਆਈ ਜਿਹੜੀ ਹੈ ਉਹ ਨਹੀਂ ਕਰ ਸਕੇਗਾ। ਜਿਸ ਦਿਨ ਆਪਣੇ ਅੰਦਰ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਹੁਣ ਆਪਣੇ ਅੰਦਰ ਹੀ ਝਾਤੀ ਮਾਰਨੀ ਓਨੀ ਔਖੀ ਹੈ ਜਿੰਨੀ ਦੂਜਿਆਂ ਦੇ ਜੀਵਨ ਵਿੱਚ ਝਾਤ ਮਾਰਨੀ ਸੌਖੀ ਹੈ। ਦੂਜਿਆਂ ਦੇ ਜੀਵਨ ਨੂੰ ਪੜਚੋਲਣਾ ਬੜਾ ਸੌਖਾ ਹੈ, ਪਰ ਆਪਣੇ ਜੀਵਨ ਦੀ ਪੜਚੋਲ ਕਰਨੀ ਓਨੀ ਹੀ ਜ਼ਿਆਦਾ ਔਖੀ ਹੈ। ਸਾਰਾ ਦਿਨ ਦੂਜਿਆਂ ਦੀਆਂ ਗੱਲਾਂ ਸੁਣਨੀਆਂ ਬੜੀਆਂ ਸੌਖੀਆਂ ਨੇ, ਪਰ ਇੱਕ ਮਿੰਟ ਵੀ ਆਪਣੀ ਗੱਲ ਸੁਣਨੀ ਬੜੀ ਔਖੀ ਹੈ। ਬੜਾ ਹੱਸ ਰਿਹਾ, ਬੜਾ ਖਿੜਿਆ ਹੋਇਆ ਦੂਜਿਆਂ ਦੀਆਂ ਗੱਲਾਂ ਸੁਣ ਕੇ, ਬੜਾ ਉੱਚੀ ਹੱਸ ਰਿਹਾ। ਕਿਸੇ ਨੇ ਇੱਕ ਮਿੰਟ ਵੀ ਜੀਵਨ ਦੀ ਗੱਲ ਕੀਤੀ ਤੇ ਉਸੇ ਵੇਲੇ ਇਹ ਖੁਸ਼ੀ, ਇਹ ਖਿੜਿਆ ਹੋਇਆ ਮੁਰਝਾ ਗਿਆ ਤੇ ਕ੍ਰੋਧ ਜਾਗ ਪਿਆ। ਪਰ ਜਦੋਂ ਦੂਜਿਆਂ ਦੀ ਬੁਰਿਆਈ ਸੁਣ ਰਿਹਾ ਸੀ ਉਦੋਂ ਤੇ ਬੜਾ ਖੁਸ਼ ਸੀ, ਬੜਾ ਪ੍ਰਸੰਨ ਸੀ, ਪਰ ਜਦੋਂ ਆਪਣੇ ਤੇ ਗੱਲ ਆਈ ਤੇ ਉਹ ਖੁਸ਼ੀ, ਉਹ ਹਾਸਾ ਨਿਕਲ ਹੀ ਗਿਆ। ਇਸ ਲਈ ਸਤਿਗੁਰੂ ਮਹਾਰਾਜ ਜੀ ਸਾਨੂੰ ਗੁਰਬਾਣੀ ਜਿਹੜੀ ਹੈ ਇਹ ਤਨ ਕਰਕੇ ਨਹੀਂ, ਸਾਨੂੰ ਮਨ ਕਰਕੇ ਸਮਝਾਉਂਦੀ ਹੈ ਕਿ ਤੂੰ ਬਾਹਰੋਂ ਬੜਾ ਸੁੰਦਰ ਹੈ, ਬੜਾ ਸਿਆਣਾ ਹੈ, ਪਰ ਤੇਰਾ ਮਨ ਤੇ ਕਹਿੰਦਾ ਵੀ ਤੂੰ ਅੰਦਰੋਂ ਕਰੂਪ ਹੈ। ਤੇਰਾ ਮਨ ਦੀ ਹਾਲਤ ਤਾਂ ਕਹਿੰਦੀ ਹੈ ਤੂੰ ਅੰਦਰੋਂ ਮੂਰਖ ਹੈ, ਤੂੰ ਅੰਦਰੋਂ ਜਿਹੜਾ ਹੈ ਉਹ ਕੁਚੀਲ ਹੈ, ਮੈਲ ਨਾਲ ਭਰਿਆ, ਗੰਦਗੀ ਨਾਲ ਭਰਿਆ ਹੋਇਆ ਹੈ। ਹੁਣ ਬਾਹਰ ਦਾ ਜੀਵਨ ਤੈਨੂੰ ਸਵਾਰਨਾ ਆਉਂਦਾ ਸੀ, ਉਹ ਤੂੰ ਸਵਾਰ ਕੇ ਦੁਨੀਆ ਨੂੰ ਦਿਖਾ ਦਿੱਤਾ। ਬਾਹਰੋਂ ਆਪਣੇ ਆਪ ਨੂੰ ਘੜਨਾ ਆਉਂਦਾ ਸੀ, ਉਹ ਤੂੰ ਘੜ ਕੇ ਦੁਨੀਆ ਨੂੰ ਦਿਖਾ ਦਿੱਤਾ, ਪਰ ਆਪਣੇ ਅੰਦਰ ਨੂੰ ਤੈਨੂੰ ਘੜਨਾ ਨਹੀਂ ਆਇਆ। ਇਸ ਲਈ ਬਾਹਰੋਂ ਤੂੰ ਸੁੰਦਰ ਹੋ ਗਿਆ, ਅੰਦਰੋਂ ਤੂੰ ਕਰੂਪ ਰਹਿ ਗਿਆ। ਬਾਹਰੋਂ ਤੇਰੀ ਸ਼ਕਲ ਸੂਰਤ ਸੋਹਣੀ ਹੋ ਗਈ, ਇੱਕ ਦਿਨ ਐਸਾ ਸੀ ਕਿ ਤਨ ਤੇ ਕੱਪੜੇ ਪਾਉਣ ਦੀ ਵੀ ਸੋਝੀ ਨਹੀਂ ਸੀ।
ਭੋਜਨ ਪਕਾ ਕੇ ਖਾਣ ਦੀ ਵੀ ਜਾਚ ਨਹੀਂ ਸੀ, ਛੱਤ ਬਣਾ ਕੇ ਰਹਿਣ ਦੀ ਵੀ ਜਾਚ ਨਹੀਂ ਸੀ, ਆਪਣੇ ਆਪੇ ਦੀ ਵੀ ਸੋਝੀ ਨਹੀਂ ਸੀ। ਪਰ ਚਲੋ ਜਿਵੇਂ ਜਿਵੇਂ ਸੰਸਾਰ ਦੇ ਵਿੱਚ ਇਹ ਅੱਗੇ ਵੱਧਦਾ ਗਿਆ, ਮਨੁੱਖ ਇਹਨੂੰ ਸੋਝੀ ਆ ਗਈ, ਕੱਪੜਾ ਸਵਾਰ ਕੇ ਸਿਲਾ ਕੇ ਇਹਨੂੰ ਪਹਿਨਣਾ ਆ ਗਿਆ, ਵੱਖਰੇ ਵੱਖਰੇ ਰੋਜ਼ ਨਿਤ ਨਵੇਂ ਡਿਜ਼ਾਈਨ ਆਉਂਦੇ ਨੇ, ਰੋਜ਼ ਨਿਤ ਪਕਵਾਨ ਤੇ ਸਰਚ ਕੀਤਾ ਜਾਂਦਾ ਵੀ ਕਿਹੜਾ ਪਕਵਾਨ ਕਿਹੜੇ ਤਰੀਕੇ ਨਾਲ ਵਧੀਆ ਬਣ। ਸਮੱਗਰੀ ਤੇ ਉਹੀ ਹੁੰਦੀ ਹੈ, ਸਮੱਗਰੀ ਤੇ ਉਹੀ ਹੈ, ਬਸ ਉਹਨੂੰ ਬਣਾਉਣ ਦੇ ਤਰੀਕੇ ਬਦਲਦੇ ਰਹਿੰਦੇ ਨੇ ਕਿ ਅੱਜ ਇਹ ਤਰੀਕਾ ਹੈ, ਕੱਲ ਆਹ ਤਰੀਕਾ, ਇਹਨੂੰ ਹੋਰ ਕਿਵੇਂ ਸਵਾਦਲਾ ਬਣਾਉਣਾ, ਇਹਨੂੰ ਕਿਵੇਂ ਹੋਰ ਸਵਾਰਨਾ, ਇਹਨੂੰ ਹੋਰ ਕਿਵੇਂ ਚੰਗਾ ਬਣਾਉਣਾ ਹੈ। ਔਰ ਅਸੀਂ ਦੇਖਦੇ ਹਾਂ ਮਾਰਕੀਟ ਦੇ ਵਿੱਚ, ਮੈਨੂੰ ਮਾਫ ਕਰ ਦੇਣਾ, ਜਿਹੜੀ ਚੀਜ਼ ਅਤ ਸੁੰਦਰ ਦਿਸਦੀ ਹੈ ਨਾ ਖਾਣ ਵਾਲੀ, ਅਕਸਰ ਉਹਦੇ ਵਿੱਚ ਜ਼ਹਿਰ ਵੀ ਹੁੰਦੀ ਹੈ। ਅਸੀਂ ਉਹ ਜ਼ਹਿਰ ਤਾਂ ਵੇਖ ਹੀ ਨਹੀਂ ਰਹੇ, ਕਿਉਂਕਿ ਜ਼ਹਿਰ ਅੰਦਰ ਸਾਨੂੰ ਉਹਦੇ ਨਜ਼ਰ ਨਹੀਂ ਆ ਰਹੀ, ਪਰ ਉਹਦੀ ਸੁੰਦਰਤਾ ਨਜ਼ਰ ਆ ਰਹੀ ਹੈ ਵੀ ਇਹ ਬਹੁਤ ਵਧੀਆ ਚੀਜ਼ ਬਣੀ ਹੈ, ਪਰ ਉਹਦੇ ਵਿੱਚ ਜਿਹੜੇ ਕੀਟਾਣੂ ਨੇ, ਉਹਦੇ ਵਿੱਚ ਬਿਮਾਰੀਆਂ ਦੇ ਜਿਹੜੇ ਕਣ ਨੇ, ਉਹ ਥੋੜੀ ਨਜ਼ਰ ਆਉਂਦੇ ਨੇ। ਇਸੇ ਤਰ੍ਹਾਂ ਸਾਨੂੰ ਆਪਣਾ ਜੀਵਨ ਸੁੰਦਰ ਬਣਾਉਣਾ ਆ ਗਿਆ। ਅਸੀਂ ਆਪਣੇ ਆਪ ਨੂੰ ਨਿਖਾਰ ਲਿਆ, ਤਨ ਤੇ ਵਸਤਰ ਪਾ ਕੇ ਨਿਖਾਰ ਲਿਆ, ਰਹਿਣ ਸਹਿਣ ਦਾ ਢੰਗ ਤਰੀਕਾ ਅਸੀਂ ਸਿੱਖ ਲਿਆ, ਤੌਰ ਤਰੀਕਾ ਉੱਠਣ ਬੈਠਣ ਬੋਲਣ ਦਾ ਸਿੱਖ ਲਿਆ, ਪਰ ਜਿੰਨੇ ਅਸੀਂ ਆਪਣੇ ਆਪ ਨੂੰ ਬਾਹਰੋਂ ਕਾਮਯਾਬ ਕੀਤਾ, ਉਨਾ ਹੀ ਮਾਫ ਕਰਨਾ ਅੰਦਰੋਂ ਅਸੀਂ ਫੇਲ ਹੋ ਗਏ। ਪਰ ਜਿਨ੍ਹਾਂ ਨੇ ਅੰਦਰੋਂ ਸਵਾਰਿਆ ਹੈ, ਮੁਬਾਰਕ ਹੈ ਉਹਨਾਂ ਨੂੰ ਮੁਬਾਰਕ। ਉਹਨਾਂ ਦੇ ਤਾਂ ਚਰਨਾਂ ਦੀ ਧੂੜੀ ਕਿਤੇ ਮੰਗਦੇ ਹਾਂ ਅਸੀਂ ਕਿ ਸਾਨੂੰ ਉਹਨਾਂ ਦੀ ਧੂੜੀ ਮਿਲ ਜਾਏ। ਧੂੜੀ ਦਾ ਮਤਲਬ ਉਹਨਾਂ ਦੀ ਸੰਗਤ ਮਿਲ ਜਾਏ, ਜਿਨ੍ਹਾਂ ਨੇ ਆਪਣੇ ਅੰਦਰ ਨੂੰ ਜਿਹੜਾ ਉਹ ਸਵਾਰ ਲਿਆ। ਕਿਉਂ? ਕਿਉਂਕਿ ਉਹਨਾਂ ਦੀ ਸੰਗਤ ਵਿੱਚ ਉੱਠਾ ਬੈਠਾਂਗੇ ਤੇ ਸਾਨੂੰ ਵੀ ਆਪਣਾ ਆਪਾ ਸਵਾਰਨਾ ਆ ਜਾਏਗਾ। ਹੁਣ ਸਤਿਗੁਰੂ ਜੀ ਦੀ ਬਾਣੀ ਜਿਹੜੀ ਹੈ, ਇਹ ਤਨ ਦੇ ਤਲ ਉੱਤੇ ਨਹੀਂ, ਇਹ ਮਨ ਦੇ ਤਲ ਉੱਤੇ ਸਮਝਾਉਂਦੀ ਹੈ। ਤੇ ਬਾਹਰੋਂ ਅਸੀਂ ਬੜੇ ਸੁਜਾਖੇ ਹਾਂ, ਬਾਹਰੋਂ ਬੰਦਾ ਕਹਿੰਦਾ ਵੀ ਮੇਰੀ ਨਜ਼ਰ ਬੜੀ ਤੇਜ਼ ਹੈ, ਬੜੀ ਮੇਰੀ ਨਜ਼ਰ ਤੇਜ਼ ਹੈ। ਚਲੋ ਘੱਟ ਵੀ ਨਜ਼ਰ ਜਾਵੇ ਤੇ ਸਾਡੇ ਕੋਲ ਉਹਦੇ ਵਾਸਤੇ ਵੀ ਤਰੀਕੇ ਬਹੁਤ ਨੇ, ਅਸੀਂ ਆਪਣੀ ਘਟੀ ਹੋਈ ਨਜ਼ਰ ਨੂੰ ਫਿਰ ਪੂਰਾ ਕਰ ਸਕਦੇ ਹਾਂ। ਅਸੀਂ ਆਪਣੀ ਭਾਵੇਂ ਉਹ ਦੂਰ ਦੀ ਨਜ਼ਰ ਹੋਵੇ ਭਾਵੇਂ ਨੇੜੇ ਦੀ ਹੋਵੇ, ਜਿੰਨੀ ਘਟ ਜਾਂਦੀ ਹੈ ਉਨੀ ਅਸੀਂ ਉਹਨੂੰ ਦੁਬਾਰਾ ਪੂਰੀ ਕਰ ਲੈਂਦੇ ਹਾਂ। ਜਿੰਨੇ ਨੰਬਰ ਦੀ ਐਨਕ ਸਾਨੂੰ ਲੱਗਦੀ ਹੈ ਉਹ ਤਾਂ ਹੀ ਲੱਗਦੀ ਹੈ ਨਾ, ਡਾਕਟਰ ਪਹਿਲਾਂ ਦੇਖਦੇ ਨੇ ਵੀ ਇਹਦੀ ਨਜ਼ਰ ਕਿੰਨੀ ਘਟ ਗਈ, ਉਹ ਜਿੰਨੀ ਘਟ ਗਈ ਉਨੇ ਨੰਬਰ ਦੀ ਐਨਕ ਲੱਗ ਜਾਂਦੀ ਹੈ। ਪਰ ਮਨ ਦੇ ਤਲ ਤੇ ਅਸੀਂ ਵੇਖਾਂਗੇ ਤੇ ਮਨ ਦੇ ਤਲ ਤੇ ਤਾਂ ਸਾਡੇ ਕੋਲ ਨਜ਼ਰ ਹੈ ਹੀ ਨਹੀਂ, ਉੱਥੇ ਤਾਂ ਅੰਧਾਪਨ ਹੈ ਸਾਡੇ ਕੋਲ। ਮਨ ਕਰਕੇ ਤਾਂ ਅਸੀਂ ਅੰਧੇ ਹਾਂ, ਅੰਧੇ ਹੋਣ ਕਰਕੇ ਅਸੀਂ ਕਰੂਪ ਹੋ ਗਏ। ਹੁਣ ਜਿਹੜੀ ਅੰਦਰ ਦੀ ਕਰੂਪਤਾ ਸੀ, ਜਿਹੜਾ ਅੰਦਰ ਦਾ ਕੁਥਰਾਪਨ ਸੀ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਇਓ, ਤੁਹਾਡੇ ਮਨ ਦਾ ਕੁਥਰਾਪਨ ਕਿਸੇ ਨੇ ਦੂਰ ਨਹੀਂ ਕਰਨਾ। ਤੁਹਾਡੇ ਮਨ ਦੀ ਕਰੂਪਤਾ ਨੂੰ ਕਿਸੇ, ਕਿਉਂਕਿ ਦੱਸਣਾ ਹੀ ਨਹੀਂ ਕਿਸੇ ਨੇ, ਤੇ ਦੱਸੇਗਾ ਉਹ ਜਿਹਨੂੰ ਪਤਾ ਹੋਏਗਾ। ਜਦੋਂ ਤੁਸੀਂ ਸਮਰੱਥ ਗਿਆਨ ਦੇਣ ਵਾਲੇ ਸਤਿਗੁਰੂ ਕੋਲ ਆਓਗੇ, ਜਿੱਥੇ ਗਿਆਨ ਅੰਜਨ ਗੁਰ ਦੀਆਂ ਅਗਿਆਨ ਅੰਧੇਰ ਵਿਨਾਸ਼ ਵਾਲੀ ਖੇਡ ਹੈ, ਜਦੋਂ ਤੁਸੀਂ ਆਓਗੇ ਤੇ ਆਉਂਦਿਆਂ ਸਾਰ ਆਵਾਜ਼ ਆਏਗੀ, ਤਿੰਨਾਂ ਮੁਖ ਡਰਾਵਣੇ। ਇਹ ਤੇ ਬੜਾ ਡਰਾਵਣਾ ਜਿਹੜਾ ਆਇਆ, ਇਹ ਤੇ ਅੰਦਰੋਂ ਬੜਾ ਕੁਰੂਪ ਹੈ, ਕੁਚੀਲ ਹੈ, ਇਹ ਤੇ ਕਠੋਰ ਹੈ। ਇੱਕਦਮ ਅਸੀਂ ਕੰਬ ਜਾਵਾਂਗੇ ਕਿ ਮੈਂ ਤੇ ਹੁਣ ਤੱਕ ਆਪਣੇ ਆਪ ਨੂੰ ਸੁਥਰਾ ਹੀ ਸਮਝਦਾ ਰਿਹਾ, ਹੁਣ ਤੱਕ ਮੈਂ ਆਪਣੇ ਆਪ ਨੂੰ ਜਿਹੜਾ ਉਹ ਸੁਗੜ ਸਿਆਣਾ ਹੀ ਸਮਝਦਾ ਰਿਹਾ, ਪਰ ਇਹ ਕੀ ਹੋਇਆ, ਇੱਕੋ ਹੀ ਆਵਾਜ਼ ਵਿੱਚ ਮੇਰਾ ਸਾਰਾ ਭਰਮ ਦੂਰ ਕਰ ਦਿੱਤਾ ਕਿ ਮੈਂ ਅੰਦਰੋਂ ਜਿਹੜਾ ਉਹ, ਬਾਹਰੋਂ ਜਿੰਨਾ ਮੈਂ ਸੁਥਰਾ ਹਾਂ ਉਨਾ ਹੀ ਮੈਂ ਅੰਦਰੋਂ ਕੁਥਰਾ ਹਾਂ, ਬਾਹਰੋਂ ਜਿੰਨਾ ਮੈਂ ਸੁੰਦਰ ਹਾਂ ਉਨਾ ਹੀ ਅੰਦਰੋਂ ਮੈਂ ਕਰੂਪ ਹਾਂ, ਜਿੰਨਾ ਮੈਂ ਬਾਹਰੋਂ ਸੁਜਾਖਾ ਹਾਂ ਉਨਾ ਹੀ ਮੈਂ ਅੰਦਰੋਂ ਅੰਧਾ ਹਾਂ।
ਫਿਰ ਜਦੋਂ ਸਤਿਗੁਰੂ ਜੀ ਨੇ ਸਮਝਾਇਆ ਕਿ ਤੇਰੇ ਅੰਧੇਪਨ ਦਾ ਕਾਰਨ ਹੀ ਹੈ ਕਿ ਜਿੱਥੋਂ ਤੈਨੂੰ ਗਿਆਨ ਦੀ ਰੋਸ਼ਨੀ ਮਿਲਣੀ ਸੀ ਤੂੰ ਉਹਦੇ ਨਾਲ ਜੁੜਿਆ ਹੀ ਨਹੀਂ। ਤਿੰਨਾਂ ਮੁਖ ਡਰਾਵਣੇ ਜਿਨ੍ਹਾਂ ਵਿਸਾਰੇ ਆਉਣ, ਨਾਉ ਇੱਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠਾਓ। ਫਿਰ ਜਦੋਂ ਸਮਝ ਆਏਗੀ, ਸਤਿਗੁਰੂ ਜੀ ਸਾਡੇ ਮਨ ਦੀ ਅਵਸਥਾ ਸਾਨੂੰ ਗੁਰਬਾਣੀ 'ਚੋਂ ਸਮਝਾਉਂਦੇ ਨੇ, ਫਿਰ ਅਸੀਂ ਬੇਨਤੀ ਕਰਾਂਗੇ, ਮਹਾਰਾਜ ਜੀ ਮੈਂ ਕਬੂਲਦਾ ਕਿ ਮੈਂ ਅੰਧਾ ਹਾਂ। ਮੈਨੂੰ ਸਮਝ ਆ ਗਈ ਕਿ ਕੁੱਥਰੇ ਨੂੰ ਸੁਥਰਾ ਜੇ ਕੋਈ ਬਣਾ ਸਕਦਾ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਤੁਸੀਂ ਹੀ, ਇਹ ਰੱਬੀ ਬਾਣੀ ਹੀ ਬਣਾ ਸਕਦੀ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਹੀ ਨੇ ਜਿਹੜੇ ਕੁੱਥਰੇ ਨੂੰ ਸੁਥਰਾ ਕਹਿ ਸਕਦੇ ਨੇ। ਦੁਨੀਆ ਨੇ ਆਖਿਆ ਇਹ ਤੇ ਕੁੱਥਰਾ ਹੈ, ਇੱਥੋਂ ਤੱਕ ਜਨਮ ਦੇਣ ਵਾਲੇ ਮਾਪਿਆਂ ਨੇ ਵੀ ਕਹਿ ਦਿੱਤਾ ਇਹ ਤੇ ਕੁੱਥਰਾ ਹੈ, ਪਰ ਗੁਰੂ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਉਹ ਸੁਥਰਾ ਸੀ। ਕਿਉਂ? ਉਹ ਮਨ ਦਾ ਸੁਥਰਾ ਸੀ। ਦੁਨੀਆ ਦੀ ਨਜ਼ਰ ਦੇ ਵਿੱਚ ਉਹ ਤਨ ਦਾ ਕੁੱਥਰਾ ਸੀ। ਅਸ਼ਟਾਵਕਰ ਨੇ ਜਨਕ ਰਾਜੇ ਦੇ ਦਰਬਾਰ ਵਿੱਚ ਇਹੀ ਗੱਲ ਕਹੀ ਸੀ ਵੀ ਮੈਨੂੰ ਬੜਾ ਭੁਲੇਖਾ ਸੀ ਤੇਰੇ ਦਰਬਾਰ ਦਾ ਕਿ ਤੂੰ ਐਡਾ ਧਰਮੀ ਰਾਜਾ, ਬੜੇ ਬੜੇ ਚੋਟੀ ਦੇ ਵਿਦਵਾਨ ਤੇਰੇ ਦਰਬਾਰ ਦੇ ਵਿੱਚ ਬੈਠਦੇ ਨੇ, ਪਰ ਮਾਫ ਕਰੀ ਅੱਜ ਪਤਾ ਲੱਗਾ ਇਹ ਜਿਹੜੇ ਬੈਠੇ ਨੇ ਵਿਗਿਆਨ, ਜਿਹੜੇ ਚੋਟੀ ਦੇ ਵਿਦਵਾਨ ਬੈਠੇ ਨੇ, ਇਹ ਤੇ ਸਿਰਫ ਚੰਮ ਦੇ ਹੀ ਵਿਦਵਾਨ ਨੇ, ਇਹ ਤੇ ਸਿਰਫ ਚਮੜੀ ਦੇ ਹੀ ਵਿਦਵਾਨ ਨੇ। ਇਹਨਾਂ ਨੂੰ ਤੇ ਮਨ ਦੀ ਅਵਸਥਾ ਦਾ ਪਤਾ ਹੀ ਕੋਈ ਨਹੀਂ। ਕਿਉਂ? ਕਿਉਂਕਿ ਇਹ ਤੇ ਸਰੀਰ ਨੂੰ ਵੇਖ ਕੇ ਹੱਸਣਾ ਹੀ ਜਾਣਦੇ ਨੇ, ਇਹ ਤੇ ਮਜ਼ਾਕ ਕਰਨਾ ਹੀ ਜਾਣਦੇ ਨੇ, ਕਿਉਂਕਿ ਉਹਦੇ 8 ਵਲ ਪੈਂਦੇ ਸਨ ਜਦੋਂ ਉਹ ਤੁਰਦਾ ਸੀ ਟੇਢਾ ਮੇਢਾ ਹੋ ਕੇ। ਤੇ ਜਿੰਨੇ ਵਿਦਵਾਨ ਇਸ ਧਰਮੀ ਰਾਜੇ ਦੇ ਦਰਬਾਰ ਵਿੱਚ ਬੈਠੇ ਸੀ ਸਾਰੇ ਹੀ ਉੱਚੀ ਉੱਚੀ ਹੱਸ ਪਏ। ਕਹਿੰਦੇ ਇਹਨੇ ਕੀ ਗਿਆਨ ਤੈਨੂੰ ਦੇ ਦੇਣਾ, ਇਹਦੇ ਤੇ ਆਪਣੇ ਸਰੀਰ ਦੇ ਵਲ ਨਹੀਂ ਨਿਕਲਦੇ। ਉਦੋਂ ਆਖਿਆ ਸੀ ਕਿ ਅੱਜ ਭੁਲੇਖਾ ਨਿਕਲ ਗਿਆ, ਕੋਈ ਚੋਟੀ ਦਾ ਵਿਦਵਾਨ ਨਹੀਂ ਤੇਰੇ ਦਰਬਾਰ ਵਿੱਚ, ਇਹ ਜਿੰਨੇ ਬੈਠੇ ਨੇ ਚੰਮ ਦੇ ਬੈਠੇ ਨੇ, ਚਮੜੀ ਦੇ ਵਿਦਵਾਨ ਬੈਠੇ। ਤੇ ਉਹਨੇ ਫਿਰ ਗਿਆਨ ਕਰਵਾਇਆ ਸੀ। ਭਾਵ ਬਾਹਰੋਂ ਅਸੀਂ ਕਿਸੇ ਦੀ ਸ਼ਕਲ ਸੂਰਤ ਵੇਖ ਕੇ, ਕਿਸੇ ਦਾ ਰੰਗ ਰੂਪ ਵੇਖ ਕੇ ਕਦੇ ਵੀ ਉਹਦੇ ਨਾਲ ਨਫ਼ਰਤ ਨਾ ਕਰੀਏ, ਕਦੇ ਵੀ ਉਹਦੇ ਨਾਲ ਅਸੀਂ ਉਹਦਾ ਮਜ਼ਾਕ ਨਾ ਬਣਾਈਏ, ਕਿਉਂਕਿ ਉਹ ਕੁਦਰਤੀ ਤੌਰ ਤੇ ਢਾਂਚਾ ਐਸਾ ਬਣਾਇਆ ਗਿਆ। ਪਰ ਅਸੀਂ ਵੇਖਦੇ ਹਾਂ ਸੰਸਾਰ ਵਿੱਚ ਨਸਲਵਾਦ ਜਿਹੜੀ ਹੈ ਉਹ ਕਿੰਨੀ ਜ਼ਿਆਦਾ ਹੈ, ਕਿੰਨਾ ਵਿਤਕਰਾ ਕੀਤਾ ਜਾਂਦਾ ਹੈ, ਕਿੰਨੀ ਨਫ਼ਰਤ ਕੀਤੀ ਜਾਂਦੀ ਹੈ ਬੰਦੇ ਦੇ ਨਾਲ, ਸਿਰਫ ਇਹੀ ਕਿ ਇਹ ਉੱਚ ਜਾਤੀ ਦਾ ਹੈ, ਇਹ ਨੀਵੀਂ ਜਾਤੀ ਦਾ ਹੈ, ਇਹਦਾ ਰੰਗ ਕਾਲਾ ਤੇ ਇਹਦਾ ਰੰਗ ਚਿੱਟਾ ਹੈ। ਇਸੇ ਹੀ ਚੱਕਰ ਵਿੱਚ ਅਸੀਂ ਇਨਸਾਨਾਂ ਦੇ ਅੰਦਰ ਨਫ਼ਰਤ ਪੈਦਾ ਕਰਤੀ। ਅਸੀਂ ਬਾਹਰ ਦੀ ਸੁੰਦਰਤਾ, ਬਾਹਰ ਦਾ ਕਰੂਪਤਾ ਵਾਲਾ ਚਿਹਰਾ ਸੀ ਉਹ ਵੇਖਿਆ, ਪਰ ਅੰਦਰ ਦੇਖਿਆ ਹੀ ਨਹੀਂ ਵੀ ਅੰਦਰੋਂ ਕਿੰਨਾ ਕੁ ਸੁਗੜ ਸਿਆਣ ਹੈ ਔਰ ਕਿੰਨਾ ਕੁ ਅੰਦਰੋਂ ਕਰੂਪ ਹੈ। ਬਸ ਅਸੀਂ ਬਾਹਰੋਂ ਵੇਖਣਾ ਚਾਹੁੰਦੇ ਹਾਂ, ਕਿਉਂਕਿ ਸਾਡਾ ਉੱਠਣਾ ਬਹਿਣਾ ਬਾਹਰੋਂ ਹੈ। ਪਰ ਜਿਸ ਘਰ ਵਿੱਚ ਅਸੀਂ ਆਏ ਹਾਂ ਉਹ ਸਤਿਗੁਰੂ ਸਾਨੂੰ ਕੀ ਕਹਿੰਦੇ ਨੇ? ਉਹ ਸਤਿਗੁਰੂ ਜੋ ਸਮਝਾਉਂਦੇ ਨੇ ਉਹ ਆਪਣੇ ਜੀਵਨ ਵਿੱਚ ਝਾਤ ਮਾਰ ਕੇ ਆਪਣੇ ਬਿਰਧ, ਆਪਣੇ ਸੁਭਾਅ ਨੂੰ ਪਛਾਣੀਏ ਕਿ ਮੇਰਾ ਸੁਭਾਅ ਕਿੱਦਾਂ ਦਾ ਹੈ, ਤਾਂ ਹੀ ਚੇਂਜ ਕਰਾਂਗੇ। ਜੇ ਸਾਨੂੰ ਸਾਡੀਆਂ ਆਦਤਾਂ ਦਾ ਪਤਾ ਲੱਗੇਗਾ ਉਹਦੇ ਵਿੱਚ ਤਾਂ ਹੀ ਕੁਝ ਚੇਂਜ ਅਸੀਂ ਬਦਲਾਵ ਕਰਾਂਗੇ। ਤੇ ਜੇ ਸਾਨੂੰ ਸਾਡੀ ਆਦਤ ਸੁਭਾਅ ਦਾ ਪਤਾ ਹੀ ਨਹੀਂ, ਫਿਰ ਅਸੀਂ ਬਦਲ ਕੀ ਸਕਾਂਗੇ? ਕੁਝ ਨਹੀਂ ਬਦਲ ਸਕਦੇ। ਸਤਿਗੁਰੂ ਜੀ ਦੀ ਬਾਣੀ ਸਿਰਫ ਪੜਨ ਵਾਸਤੇ ਨਹੀਂ ਸੀ। ਪੜੋ, ਰੱਜ ਰੱਜ ਕੇ ਪੜੋ, ਮਨਾਹੀ ਨਹੀਂ, ਰੱਜ ਰੱਜ ਕੇ ਬਾਣੀ ਦਾ ਅਭਿਆਸ ਕਰੋ। ਪਰ ਇਸ ਗੁਰਬਾਣੀ ਵਿੱਚੋਂ ਦੀ ਅਸੀਂ ਗਿਆਨ ਲੈਣਾ ਹੈ, ਜਿਸ ਗਿਆਨ ਨੇ ਸਾਡੀ ਆਦਤਾਂ ਨੂੰ ਬਦਲਣਾ ਹੈ, ਸਾਡੀ ਸੋਚ, ਸਾਡੀ ਵਿਚਾਰ ਨੂੰ। ਹੁਣ ਬੰਦਾ 50 ਸਾਲ ਤੋਂ ਬਾਣੀ ਪੜ੍ਹਦਾ, ਆਦਤਾਂ ਉੱਥੇ ਦੀਆਂ ਉੱਥੇ ਹੀ ਨਹੀਂ, ਸੋਚ ਫਿਰ ਉੱਥੇ ਦੀ ਉੱਥੇ ਹੀ ਖੜੀ ਹੈ। ਫਿਰ ਬਦਲਿਆ ਕੀ? ਫਿਰ ਬਾਣੀ ਪੜਨ ਦਾ ਅਸਰ ਕੀ ਹੋਇਆ? ਕਿਉਂਕਿ ਪੜਨ ਤੱਕ ਹੀ ਸੀਮਤ ਸੀ, ਸਮਝਣ ਤੱਕ ਸੀਮਤ ਨਹੀਂ ਸੀ। ਅਸੀਂ ਉਹਨੂੰ ਸਮਝਣਾ ਹੈ। ਭੋਜਨ ਕਿਉਂ ਖਾਣਾ ਹੈ ਇਹ ਸਮਝਣਾ ਹੈ, ਕੇਵਲ ਪੇਟ ਭਰਨ ਵਾਸਤੇ ਨਹੀਂ ਖਾਣਾ। ਤਨ ਤੇ ਕੱਪੜਾ ਕਿਉਂ ਪਾਉਣਾ ਹੈ ਇਹ ਸਮਝਣਾ ਹੈ, ਕੇਵਲ ਇਹ ਵੱਖਰੇ ਵੱਖਰੇ ਡਿਜ਼ਾਈਨ ਪਾ ਲੈਣੇ ਇਹੀ ਨਹੀਂ ਮਕਸਦ ਸਾਡਾ ਕਿ ਅਸੀਂ ਵੱਖਰੇ ਵੱਖਰੇ ਡਿਜ਼ਾਈਨ, ਵੱਖਰੇ ਵੱਖਰੇ ਰੰਗ ਤਨ ਤੇ, ਪਰ ਕਿਉਂ ਪਾਉਣਾ ਸਮਝਣਾ ਇਹ ਸੀ।
ਅਸੀਂ ਰਹਿਣ ਵਾਸਤੇ ਛੱਤ ਕਿਉਂ ਬਣਾਈ ਹੈ, ਸਮਝਣਾ ਇਸ ਗੱਲ ਨੂੰ ਸੀ। ਸਿਰਫ ਇਹੀ ਨਹੀਂ ਕਿ ਵਧੀਆਂ ਬਣਾ ਕੇ ਦੁਨੀਆ ਨੂੰ ਦਿਖਾਣਾ ਹੈ ਕਿ ਮੈਂ ਇੰਨਾ ਸੁੰਦਰ ਬਣਾਇਆ, ਦਿਖਾਣਾ ਨਹੀਂ, ਉਹਦੇ ਵਿੱਚ ਰਹਿਣਾ ਸੀ। ਕਿਉਂ ਰਹਿਣਾ ਸੀ, ਗੱਲ ਉਹ ਸਮਝਣੀ ਸੀ। ਗੱਲ ਸਮਝਣ ਤੇ ਖੜੀ ਹੈ। ਜਿੰਨਾ ਚਿਰ ਸਮਝਾਂਗੇ ਨਹੀਂ ਉਨਾ ਚਿਰ ਗੱਲ ਨਹੀਂ ਬਣਨੀ। ਤਾਂ ਹੀ ਕਬੀਰ ਸਾਹਿਬ ਜੀ ਨੇ ਕਿਹਾ ਸੀ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜਾਂ ਸਿੱਖਾਂ ਮੈਂ ਚੂਕ। ਹੁਣ ਉੱਥੇ ਸੱਚਾ ਸਤਿਗੁਰੂ ਕੀ ਕਰੇਗਾ ਜਦੋਂ ਸਿੱਖ ਹੀ ਸਮਝਣ ਵਾਸਤੇ ਤਿਆਰ ਨਹੀਂ। ਜਦੋਂ ਸਿੱਖ ਹੀ ਜਿਹੜਾ ਹੈ ਉਹ ਗੁਰੂ ਦੀ ਗੱਲ ਨੂੰ ਸਮਝਣ ਲਈ ਤਿਆਰ ਹੀ ਨਹੀਂ ਹੈ, ਤੇ ਫਿਰ ਉੱਥੇ ਸਤਿਗੁਰੂ ਕੀ, ਸਤਿਗੁਰੂ ਨੇ ਤੇ ਕਿਹਾ ਸੀ ਕਿ ਆ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵ ਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ। ਹੁਣ ਇਹ ਸਿਰਫ ਪੜ੍ਹਨਾ ਹੀ ਥੋੜੀ ਸੀ, ਆਪਾਂ ਇਹਨੂੰ ਸਮਝਣਾ ਸੀ ਕਿ ਇਹਦੇ ਵਿੱਚ ਸਾਨੂੰ ਸਮਝਾਇਆ ਕੀ ਗਿਆ। ਪਰ ਕਈ ਥਾਵਾਂ ਤੇ ਅਸੀਂ ਵੇਖਦੇ ਹਾਂ ਉਹੀ ਮਾਹੌਲ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵੇਖਣ ਨੂੰ ਮਿਲਦਾ ਹੈ। ਇਹਦਾ ਮਤਲਬ ਪੜ੍ਹ ਹੀ ਰਹੇ ਨੇ, ਸਮਝ ਨਹੀਂ ਰਹੇ। ਜਿਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਉਚਾਰਿਆ, ਉਹ ਗੱਲਾਂ ਫਿਰ ਅਸੀਂ ਗੁਰੂ ਸਾਹਿਬ ਅੱਗੇ ਖਲੋ ਕੇ ਕਰਦੇ ਹਾਂ। ਇਹਦਾ ਮਤਲਬ ਸਮਝਿਆ ਨਹੀਂ ਅਸੀਂ। ਫਿਰ ਉੱਥੇ ਸਤਿਗੁਰੂ ਕੀ ਕਰਨਗੇ ਜਦੋਂ ਸਿੱਖਾਂ ਦੇ ਵਿੱਚ ਹੀ ਕਮੀਆਂ ਨੇ। ਅੰਧੇ ਏਕ ਨਾ ਲਾਗਈ ਜਿਉਂ ਬਾਂਸ ਵਜਾਈਏ ਫੂਕ। ਕਹਿੰਦੇ ਅੰਧਾ ਜਿਹੜਾ ਉਹਨੂੰ ਇੱਕ ਵੀ ਲੱਗਦੀ ਨਹੀਂ ਪਈ। ਹੁਣ ਤਨ ਕਰਕੇ ਬਾਣੀ ਅਸੀਂ ਬਹੁਤ ਪੜ੍ਹ ਲਈ, ਬਹੁਤ ਪੜ੍ਹ ਲਈ, ਮੁਬਾਰਕ ਹੈ, ਪਰ ਜੇ ਮਨ ਨੂੰ ਇੱਕ ਵੀ ਨਾ ਲੱਗੀ ਤੇ ਫਿਰ ਫਾਇਦਾ ਕੀ। ਫਿਰ ਬੇਨਤੀ ਨੂੰ ਸਮਝ ਲੈਣਾ। ਇਹ ਮਤ ਸਮਝਣਾ ਕਿ ਬਾਣੀ ਪੜ੍ਹਨ ਸੁਣਨ ਤੋਂ ਰੋਕਿਆ ਜਾ ਰਿਹਾ। ਬਾਣੀ ਨੂੰ ਪੜ੍ਹੋ। ਮਹਾਰਾਜ ਤਾਂ ਕਹਿੰਦੇ ਤੁਸੀਂ ਨਿੱਤ ਉੱਠ ਕੇ ਬਾਣੀ ਨੂੰ ਗਾਓ। ਤੁਸੀਂ ਤਾਂ ਗਾਵੀਐ ਸੁਣੀਐ ਮਨ ਰੱਖੀਐ ਭਾਉ। ਸੁਣਨਾ ਵੀ ਹੈ ਤੇ ਗਾਉਣਾ ਵੀ ਹੈ, ਇੱਥੇ ਰੋਕਿਆ ਨਹੀਂ ਜਾ ਰਿਹਾ। ਪਰ ਗੱਲ ਤੇ ਇਹ ਹੈ ਵੀ ਮਨ ਅੰਦਰੋਂ ਅੰਧਾ ਹੈ, ਮਨ ਅੰਦਰ ਕਰੂਪ ਹੈ, ਮਨ ਅੰਦਰ ਕੁਚੀਲ ਹੈ, ਕਠੋਰ ਹੈ, ਮਨ ਅੰਦਰ ਵਿਗੜਿਆ ਹੋਇਆ ਹੈ। ਬਾਹਰੋਂ ਅਸੀਂ ਬਾਣੀ ਪੜ੍ਹਦਿਆਂ 50 ਸਾਲ ਬਤੀਤ ਕਰਤੇ, ਪਰ ਮਨ ਤੇ ਅੰਧੇ ਦਾ ਅੰਧਾ ਹੀ ਰਹਿ ਗਿਆ। ਮਨ ਅੰਦਰ ਕਰੂਪ ਦਾ ਕਰੂਪ ਹੀ ਰਹਿ ਗਿਆ। ਤੇ ਫਿਰ ਉਹਦਾ ਲਾਭ ਕੀ ਹੋਇਆ? ਲਾਭ ਇਹ ਸੀ ਕਿ ਬਾਣੀ ਪੜ੍ਹਦਿਆਂ ਮੇਰਾ ਜੀਵਨ ਬਦਲ ਗਿਆ, ਮੇਰੀ ਸੋਚ ਬਦਲ ਗਈ, ਮੇਰੀਆਂ ਆਦਤਾਂ ਬਦਲ ਗਈਆਂ। ਫਿਰ ਤੁਹਾਡੀ ਬਾਣੀ ਦਾ ਪਾਠ ਕੀਤਾ, ਮੁਬਾਰਕ ਹੈ। ਇਸ ਲਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਜ ਦੇ ਇਸ ਪਾਵਨ ਸ਼ਲੋਕ ਵਿੱਚ ਇਹ ਕਿਰਪਾ ਕਰਦੇ ਨੇ। ਸਾਹਿਬ ਜੀ ਕਹਿੰਦੇ ਮਨ ਹੋ ਜੇ ਅੰਧੇ ਘੂਪ। ਮਨ ਹੋ, ਮਨ ਦੇ ਤਲ ਤੇ, ਮਨ ਕਰਕੇ, ਕਿਉਂਕਿ ਬਾਹਰੋਂ ਤੇ ਆਪਾਂ ਕਹਿ ਹੀ ਨਹੀਂ ਸਕਦੇ। ਬਾਹਰ ਤਾਂ ਇੰਨੀ ਤਰੱਕੀ ਕੀਤੀ ਹੈ, ਰਾਤ ਵੀ ਦਿਨ ਵਿੱਚ ਬਦਲ ਸਕਦੇ ਆ। ਰਾਤ ਭਾਵੇਂ ਜਿੰਨੀ ਮਰਜ਼ੀ ਕਾਲੀ ਰਾਤ ਹੋਵੇ, ਸਾਡੇ ਕੋਲ ਇੰਤਜ਼ਾਮ ਇਦਾਂ ਦੇ ਕੀਤੇ ਹੋਏ ਨੇ, ਅਸੀਂ ਕਾਲੀ ਰਾਤ ਨੂੰ ਵੀ ਦਿਨ ਦੇ ਉਜਾਲੇ ਵਿੱਚ ਬਦਲ ਸਕਦੇ ਹਾਂ। ਬਾਹਰ ਦੀ ਤਾਂ ਗੱਲ ਹੀ ਨਹੀਂ ਹੈ। ਗੱਲ ਤੇ ਇਹ ਵੀ ਮਨ ਹੋ ਜੇ ਅੰਧੇ, ਜਿਹੜੇ ਦਾ ਅਰਥ ਹੈ ਜਿਹੜੇ ਮਨ ਦੇ ਤਲ ਤੇ ਅੰਧੇ ਨੇ। ਔਰ ਅੰਧਾਪਨ ਕਿੰਨਾ? ਘੂਪ, ਘੁੱਪ, ਹਨੇਰਾ। ਜਿਹਨੂੰ ਇੱਕ ਹੁੰਦਾ ਹੈ ਗਿਆਨ, ਅਧਿਗਿਆਨਤਾ। ਅਗਿਆਨਤਾ ਦਾ ਮਤਲਬ ਹੁੰਦਾ ਜਿੱਥੇ ਬਹੁਤ ਜ਼ਿਆਦਾ ਹਨੇਰਾ, ਜਿੱਥੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਕਿਉਂਕਿ ਹਨੇਰਾ ਵੀ ਕਈ ਪ੍ਰਕਾਰ ਦਾ ਹੁੰਦਾ ਨਾ। ਇੱਕ ਹਨੇਰਾ ਉਹ ਹੈ ਜਿਹਦੇ ਵਿੱਚ ਅਸੀਂ ਚੱਲ ਰਹੇ ਹਾਂ, ਸਾਹਮਣੇ ਸਭ ਕੁਝ ਦਿਖਾਈ ਵੀ ਦੇ ਰਿਹਾ, ਰਸਤਾ ਵੀ ਦਿਖਾਈ ਦੇ ਰਿਹਾ, ਆਪਣਾ ਆਪਾ ਵੀ ਦਿਖਾਈ ਦੇ ਰਿਹਾ। ਪਰ ਇੱਕ ਹਨੇਰਾ ਉਹ ਹੈ ਜਿੱਥੇ ਨਾ ਰਸਤਾ ਦਿਖਾਈ ਦੇ ਰਿਹਾ, ਨਾ ਆਪਣਾ ਆਪ ਦਿਖਾਈ ਦੇ ਰਿਹਾ, ਤੇ ਨਾ ਸਾਹਮਣੇ ਕੁਝ ਦਿਖਾਈ ਦੇ ਰਿਹਾ। ਘੁੱਪ, ਹਨੇਰਾ। ਹੁਣ ਸੂਰਜ ਚੜ੍ਹ ਗਿਆ, ਚਾਰੇ ਪਾਸੇ ਚਿੱਟਾ ਉਜਾਲਾ ਹੋ ਗਿਆ, ਪਰ ਚਿੱਟੇ ਉਜਾਲੇ ਵਿੱਚ ਵੀ ਦਿਨ ਵੇਲੇ ਪਤਾ ਨਹੀਂ ਕਿੰਨੇ ਕਰਮ ਕਾਂਡ ਹੋਣੇ ਨੇ। ਉਹ ਕਰਮ ਕਾਂਡ ਜਿਹੜੇ ਹੋਣੇ ਨੇ ਉਹ ਮਨ ਦੇ ਅੰਧਿਆਂ ਕੋਲੋਂ ਹੋਣੇ ਨੇ। ਮਾਫ ਕਰਨਾ, ਜਿਹੜੇ ਮਨ ਦੇ ਤਲ ਤੇ ਅੰਧੇ ਨੇ ਉਹਨਾਂ ਕੋਲੋਂ ਉਹ ਕਰਮ ਕਾਂਡ ਹੋਣੇ ਨੇ। ਕਿਉਂਕਿ ਸੂਰਜ ਦੀ ਰੋਸ਼ਨੀ ਤਾਂ ਹੈ, ਪਰ ਮਨ ਵਿੱਚ ਇਹਨਾਂ ਕੋਲ ਗਿਆਨ ਦਾ ਚਾਨਣ ਨਹੀਂ ਹੈ। ਇਸ ਲਈ ਕਹਿੰਦੇ ਮਨ ਹੋ ਜੇ ਅੰਧੇ ਘੂਪ। ਕਹਿਆ ਬਿਰਦ ਨਾ ਜਾਣਨੀ। ਕਹਿਆ ਕਿਹਦਾ ਕਹਿਆ ਹੋਇਆ? ਸਤਿਗੁਰੂ ਦਾ ਕਹਿਆ ਹੋਇਆ। ਜਿਹੜੇ ਮਨ ਦੇ ਤਲ ਤੇ ਅੰਧੇ ਹਨ,
ਅਗਿਆਨਤਾ ਦੇ ਹਨੇਰੇ ਦੇ ਵਿੱਚ ਜਿਨ੍ਹਾਂ ਦਾ ਮਨ ਅੰਦਰ ਜਿਹੜਾ ਹੈ ਉਹ ਐਸੇ ਜੰਜਾਲ ਵਿੱਚ ਫਸਿਆ ਹੋਇਆ, ਕਹੇ ਆ ਉਹ ਸਤਿਗੁਰੂ ਦਾ ਕਹਿਆ ਹੋਇਆ ਬਚਨ ਸੁਣਦੇ ਜ਼ਰੂਰ ਨੇ ਪਰ ਮੰਨਦੇ ਨਹੀਂ। ਤੇ ਜਿਹੜੇ ਕਹੇ ਹੋਏ ਬਚਨ ਨੂੰ ਸੁਣਦੇ ਨੇ ਪਰ ਮੰਨਦੇ ਨਹੀਂ, ਗੱਲ ਤੇ ਅਮਲ ਤੇ ਖੜੀ ਆ ਨਾ। ਵੀ ਗੁਰੂ ਸਾਹਿਬ ਦਾ ਬਚਨ ਅਸੀਂ ਸੁਣਿਆ, ਗੁਰੂ ਦਾ ਹੁਕਮ ਸੁਣਿਆ, ਗੁਰਬਾਣੀ ਸੁਣੀ, ਪਰ ਉਹਦੇ ਤੇ ਅਮਲ ਕਿੰਨਾ ਕੀਤਾ? ਗੱਲ ਤੇ ਇੱਥੇ ਹੈ ਵੀ ਅਮਲ ਕਿੰਨਾ ਕੁ ਕੀਤਾ। ਗੁਰੂ ਨਾਨਕ ਸਾਹਿਬ ਨੇ ਤੇ ਇਹੀ ਗੱਲ ਮੁਕਾ ਦਿੱਤੀ ਸੀ ਕਿ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ। ਅਮਲ ਜਿਹੜਾ ਨਹੀਂ ਕਰੇਗਾ ਉਹ ਰੋਏਗਾ, ਜਿਹੜਾ ਅਮਲ ਕਰ ਲੇਗਾ ਉਹ ਰੋਣ ਤੋਂ ਬਚ ਜਾਏਗਾ। ਇਸ ਲਈ ਕਹਿੰਦੇ ਕਹੇ ਆ, ਜਿਹੜਾ ਸਤਿਗੁਰੂ ਜੀ ਨੇ ਜੋ ਬਚਨ ਕਹਿਆ, ਜੋ ਵਾਕ ਗੁਰੂ ਸਾਹਿਬ ਨੇ ਕਹੇ, ਕਹਿੰਦੇ ਨੇ ਬਿਰਦ ਨਾ ਜਾਣਨੀ। ਬਿਰਦ ਕਹਿੰਦੇ ਸੁਭਾਅ ਨੂੰ, ਦੱਦਾ ਜਿਹੜਾ ਹੈ ਉਹਦਾ ਮਤਲਬ ਹੈ ਸੁਭਾਅ। ਜੇ ਧੱਦਾ ਹੋਵੇ ਤੇ ਬਿਰਦ ਦਾ ਮਤਲਬ ਜਿਹਨੇ ਕਿਸੇ ਬਜ਼ੁਰਗ ਦੀ ਗੱਲ ਕਰਨੀ ਹੋਵੇ, ਇਹ ਬਿਰਦ ਹੋ ਗਿਆ। ਪਰ ਇੱਥੇ ਹੈ ਦੱਦਾ, ਇਹਦਾ ਅਰਥ ਹੈ ਸੁਭਾਅ। ਜਿਵੇਂ ਅੰਮ੍ਰਿਤ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਉਹ ਉੱਥੇ ਪਰਮੇਸ਼ਵਰ ਦਾ ਸੁਭਾਅ ਹੈ, ਉਹ ਆਪਣਾ ਸੁਭਾਅ ਨਹੀਂ ਬਦਲਦਾ, ਕਿਉਂਕਿ ਉਹਦੇ ਸੁਭਾਅ ਦੇ ਵਿੱਚ ਕੀ ਹੈ? ਚੰਗੇ ਗੁਣ ਨੇ ਉਹਦੇ ਸੁਭਾਅ ਵਿੱਚ। ਉਹ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ, ਕਿਸੇ ਦਾ ਬੁਰਾ ਨਹੀਂ ਕਰਦਾ। ਇਸ ਲਈ ਉਹਨੂੰ ਆਪਣਾ ਸੁਭਾਅ ਬਦਲਣ ਦੀ ਲੋੜ ਨਹੀਂ, ਉਹ ਹਰ ਇੱਕ ਦਾ ਭਲਾ ਹੀ ਕਰਦਾ ਹੈ। ਸਾਨੂੰ ਆਪਣਾ ਸੁਭਾਅ ਬਦਲਣਾ ਹੈ, ਕਿਉਂਕਿ ਅਸੀਂ ਮਾੜਾ ਹੀ ਕਰਦੇ ਹਾਂ, ਸਾਡੇ ਕੋਲੋਂ ਮਾੜਾ ਹੀ ਹੁੰਦਾ ਹੈ। ਹੁਣ ਕਹਿਣ ਲੱਗੇ ਜਿਹੜੇ ਮਨ ਕਰਕੇ ਘੂਪ ਅੰਧਕਾਰ ਦੇ ਵਿੱਚ ਫਸੇ ਨੇ, ਜਿਨ੍ਹਾਂ ਵਿੱਚ ਅਗਿਆਨਤਾ ਦਾ ਹਨੇਰਾ ਘੁੱਪ ਹੈ, ਮਨ ਦੇ ਤਲ ਤੇ ਬਣਿਆ ਹੋਇਆ, ਉਹ ਸਤਿਗੁਰੂ ਦਾ ਕਹਿਆ ਬਚਨ ਨਹੀਂ ਸੁਣਦੇ, ਨਹੀਂ ਮੰਨਦੇ। ਤੇ ਜਿਹੜੇ ਨਹੀਂ ਮੰਨਦੇ, ਬਿਰਦ ਨਾ ਜਾਣਨੀ, ਉਹ ਕਦੇ ਆਪਣਾ ਸੁਭਾਅ ਜਾਣ ਹੀ ਨਹੀਂ ਸਕਦੇ। ਉਹ ਕਦੇ ਆਪਣਾ ਸੁਭਾਅ ਜਿਹੜਾ ਹੈ ਉਹ ਸਮਝ ਹੀ ਨਹੀਂ ਸਕਦੇ। ਤੇ ਜਿਹਨੂੰ ਆਪਣੀਆਂ ਆਦਤਾਂ ਦਾ ਪਤਾ ਹੀ ਨਹੀਂ ਲੱਗੇਗਾ, ਉਹ ਬਦਲੇਗਾ ਕੀ? ਜਿਹਨੂੰ ਆਪਣੇ ਸੁਭਾਅ ਦਾ ਪਤਾ ਹੀ ਨਹੀਂ ਲੱਗੇਗਾ, ਉਹ ਬਦਲੇਗਾ ਕੀ? ਬੰਦਾ ਬਹੁਤ ਗੁੱਸਾ ਆਵੇ ਨਾ, ਬੜਾ ਗੁੱਸਾ, ਤੇ ਇਹ ਬੜੇ ਮਾਣ ਨਾਲ ਕਹਿੰਦਾ ਹੈ, ਪਤਾ ਕੀ ਕਹਿੰਦਾ ਹੈ? ਕਹਿੰਦਾ ਮੇਰਾ ਗੁੱਸਾ ਬੜਾ ਭੈੜਾ ਹੈ, ਮੈਨੂੰ ਗੁੱਸਾ ਬੜਾ ਆਉਂਦਾ ਹੈ, ਕੀ ਕਰਾਂ ਮੈਨੂੰ ਗੁੱਸਾ। ਇਹ ਕਹਿ ਰਿਹਾ ਮਾਣ ਨਾਲ, ਇਹ ਨਹੀਂ ਕਹਿ ਰਿਹਾ ਵੀ ਮੇਰੇ ਵਿੱਚ ਕਮੀ ਹੈ। ਇਹ ਇਸ ਕਰਕੇ ਨਹੀਂ ਕਹਿ ਰਿਹਾ ਵੀ ਮੇਰੇ ਵਿੱਚ ਇਹ ਅਵਗੁਣ ਹੈ, ਕਮੀ ਨਹੀਂ। ਇਹ ਸਗੋਂ ਮਾਣ ਨਾਲ ਕਹਿੰਦਾ ਹੈ ਕਿ ਮੈਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ। ਪਰ ਇਹ ਤੇ ਸਮਝਿਆ ਹੀ ਨਹੀਂ। ਗੁਰੂ ਸਾਹਿਬ ਨੇ ਕਿਹਾ ਸੀ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਉਹ ਕਿਹਾ ਹੋਇਆ ਬਚਨ ਤੇ ਸਮਝਿਆ ਨਹੀਂ, ਪਰ ਇੱਥੇ ਮਾਣ ਨਾਲ ਕਹਿ ਰਿਹਾ ਕਿਉਂਕਿ ਇਹਨੂੰ ਪਤਾ ਹੀ ਨਹੀਂ ਮੇਰਾ ਸੁਭਾਅ ਕਿਦਾਂ ਦਾ ਹੈ। ਹੁਣ ਸਤਿਗੁਰੂ ਨੇ ਜੋ ਕਹਿਆ ਇਹਨੇ ਸੁਣ ਕੇ ਨਹੀਂ ਮੰਨਿਆ, ਕਿਨੇ? ਮਨ ਦੇ ਤਲ ਤੇ, ਕਿਉਂਕਿ ਉਹ ਅੰਧਕਾਰ ਵਿੱਚ ਸੀ, ਇਸ ਕਰਕੇ ਉਹ ਆਪਣਾ ਬਿਰਦ, ਆਪਣਾ ਸੁਭਾਅ ਨਹੀਂ ਜਾਣ ਪਾਉਂਦਾ। ਤੇ ਜਿਹੜਾ ਆਪਣਾ ਸੁਭਾਅ ਨਹੀਂ ਜਾਣ ਸਕਦਾ, ਉਹ ਕਦੇ ਆਪਣੇ ਸੁਭਾਅ ਨੂੰ ਬਦਲ ਵੀ ਨਹੀਂ ਸਕਦਾ। ਮਨ ਅੰਧ ਹੈ ਹੁੰਦੈ ਕਵਲ, ਦਿਸਣ ਖਰੇ ਕਰੂਪ। ਉਹਨਾਂ ਦਾ ਜਿਹੜਾ ਮਨ ਦੇ ਵਿੱਚ ਅੰਧਾਪਨ ਹੁੰਦਾ ਹੈ, ਤੇ ਜਿਨ੍ਹਾਂ ਦੇ ਮਨ ਵਿੱਚ ਅੰਧਾਪਨ ਹੋਵੇ, ਉਹਨਾਂ ਦਾ ਹਿਰਦਾ ਰੂਪੀ ਭਾਂਡਾ ਜਿਹੜਾ ਹੈ ਉਹ ਊਂਧਾ ਹੋ ਜਾਂਦਾ ਹੈ। ਊਂਧੇ ਦਾ ਮਤਲਬ ਉਲਟਾ। ਹੁਣ ਭਾਂਡਾ ਪੁੱਠਾ ਉਲਟਾ ਪਿਆ ਹੋਵੇ, ਉਹਦਾ ਮੂੰਹ ਥੱਲੇ ਨੂੰ ਹੋਵੇ, ਤਲਾ ਉਹਦਾ ਉੱਪਰ ਨੂੰ ਹੋਵੇ, ਤੇ ਤੁਸੀਂ ਉਹਦੇ ਵਿੱਚ ਕੋਈ ਪਦਾਰਥ ਪਾਉਣਾ ਹੋਵੇ, ਪਾ ਦਿਓਗੇ? ਨਹੀਂ ਪਾਇਆ ਜਾ ਸਕਦਾ, ਕਿਉਂਕਿ ਉਹ ਭਾਂਡਾ ਤੇ ਮੁੱਧਾ ਪਿਆ ਹੈ। ਹੁਣ ਉਹਦੇ ਵਿੱਚ ਪਦਾਰਥ ਕਿਵੇਂ ਪਾਓਗੇ? ਭਾਂਡੇ ਨੂੰ ਸਿੱਧਾ ਕਰਨਾ ਪਏਗਾ। ਸਾਡਾ ਜਿਹੜਾ ਅੰਦਰ ਹਿਰਦਾ ਹੈ, ਹਿਰਦਾ ਰੂਪੀ ਭਾਂਡਾ ਜਿਹੜਾ ਕਹਿੰਦੇ ਉਹ ਤੇ ਮੁੱਧਾ ਪਿਆ ਹੈ। ਉਹਦੇ ਵਿੱਚ ਰਸ ਕਿਵੇਂ ਭਰਨਾ ਸੀ? ਕਹਿੰਦੇ ਨੇ ਕਿਉਂਕਿ ਮਨ ਜਿਹੜਾ ਸੀ, ਮਨ ਵਿੱਚ ਅੰਧਾਪਨ ਹੋਣ ਕਰਕੇ ਭਾਂਡਾ ਜਿਹੜਾ ਸੀ ਉਲਟਾ ਹੋ ਗਿਆ। ਇਹ ਜ਼ਹਿਰ ਦਾ ਰਸ ਤੇ ਇਕੱਠਾ ਕਰ ਰਿਹਾ, ਪਰ ਅੰਮ੍ਰਿਤ ਦਾ ਰਸ ਨਹੀਂ ਲੈ ਸਕਦਾ। ਤੇ ਊਂਧੇ ਭਾਂਡੇ ਟਿਕੇ ਨਾ ਕੋਏ, ਊਂਧੇ ਭਾਂਡੇ ਵਿੱਚ ਕੋਈ ਵੀ ਰਸ ਜਿਹੜਾ ਉਹ ਟਿਕ ਨਹੀਂ ਸਕਦਾ। ਕਹਿਣ ਲੱਗੇ ਮਨ ਅੰਧ ਹੈ, ਨਾਨੇ ਨੂੰ ਸਿਹਾਰੀ ਮਨ ਦੇ, ਮਨ ਵਿੱਚ ਅੰਧਾਪਨ ਹੈ, ਹਨੇਰਾ ਹੈ। ਊਂਧ ਹੈ ਕਵਲ, ਤੇ ਜਿਹੜਾ ਹਿਰਦਾ ਰੂਪੀ ਕਵਲ ਹੈ ਉਹ ਇਹਦਾ ਊਂਧਾ ਹੋਇਆ ਪਿਆ, ਮੁੱਧਾ ਪਿਆ ਹੋਇਆ।
ਦਿਸਨ ਖਰੇ ਕਰੂਪ। ਔਰ ਇਹੋ ਜਿਹਾ ਜਿਹਦਾ ਮਨ ਅੰਦਰੋਂ ਅੰਧਕਾਰ ਵਿੱਚ ਹੋਵੇ, ਜਿਹਦੇ ਹਿਰਦੇ ਦਾ ਭਾਂਡਾ ਮੁੱਦਾ ਪੈ ਜਾਏ, ਭਾਵ ਉਲਟਾ ਹੋ ਜਾਏ, ਉਹ ਫਿਰ ਅੰਦਰੋਂ ਸੁਗੜ ਸਿਆਣੇ ਨਹੀਂ ਹੁੰਦੇ, ਉਹ ਅੰਦਰੋਂ ਕਰੂਪ ਹੁੰਦੇ ਨੇ। ਕਰੂਪ ਦਾ ਅਰਥ ਹੁੰਦਾ ਭੈੜੀ ਸ਼ਕਲ ਵਾਲੇ, ਬੜੇ ਡਰਾਵਣੇ। ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਤਿੰਨਾਂ ਮੁਖ ਡਰਾਵਣੇ, ਉਹ ਬੜੇ ਡਰਾਵਣੇ ਹੁੰਦੇ ਨੇ। ਉਹ ਜੇ ਉਹ ਅੰਦਰੋਂ ਕਰੂਪਤਾ ਨਾਲ ਭਰੇ ਹੁੰਦੇ ਨੇ, ਉਹਨਾਂ ਦੀਆਂ ਹਰਕਤਾਂ ਕਦੇ ਵੀ ਚੰਗੀਆਂ ਨਹੀਂ ਹੁੰਦੀਆਂ। ਅੱਜ ਦਾ ਇਨਸਾਨ ਕਿੰਨਾ ਕਰੂਪ ਹੈ, ਇਹਦੀਆਂ ਹਰਕਤਾਂ ਦੱਸਦੀਆਂ ਨੇ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਸੀ ਨਾ, ਤੁਸੀਂ ਆ ਵਿਚਾਰ ਕੇ ਆਏ ਹੋ ਨਾਨਕ ਦੁਨੀਆ ਕੈਸੀ ਹੋਈ, ਤੇ ਗੁਰੂ ਸਾਹਿਬ ਕਹਿੰਦੇ ਆ ਹੈ ਦੁਨੀਆ, ਮਨ ਅੰਧੈ ਊਂਧੈ ਕਵਲ ਦਿਸਨ ਖਰੇ ਕਰੂਪ। ਇਹ ਜਿੰਨੇ ਬਾਹਰੋਂ ਖਰੇ ਦਿਸਦੇ ਨੇ, ਇਹ ਅੰਦਰੋਂ ਉਨੇ ਹੀ ਕਰੂਪ ਨੇ। ਜਿੰਨੇ ਬਾਹਰੋਂ ਸੁੰਦਰ ਦਿਸਦੇ ਨੇ, ਉਨੇ ਹੀ ਅੰਦਰੋਂ ਡਰਾਵਣੇ ਨੇ। ਇਹ ਜਿੰਨੇ ਬਾਹਰੋਂ ਸੁਗੜ ਸਿਆਣੇ ਦਿਸਦੇ ਨੇ, ਉਨੇ ਹੀ ਅੰਦਰੋਂ ਇਹ ਮੂਰਖ ਨੇ। ਇਸ ਲਈ ਦੇਖੋ ਅੱਜ ਦੇ ਹਾਲਾਤ ਆਪਾਂ ਵੇਖ ਹੀ ਰਹੇ ਹਾਂ। ਸਮਾਜ ਦੇ ਅੰਦਰ, ਇਨਸਾਨ ਦੇ ਅੰਦਰ ਕਿੰਨੀ ਗੰਦਗੀ ਭਰੀ ਪਈ ਹੈ, ਇਹਦੀਆਂ ਕਰਤੂਤਾਂ ਬੰਦੇ ਦੀਆਂ ਦੱਸਦੀਆਂ ਹੀ ਨੇ। ਆਏ ਦਿਨ ਕੋਈ ਨਾ ਕੋਈ ਸਾਡੀ ਧੀ ਭੈਣ ਨਾਲ ਕੋਈ ਨਾ ਕੋਈ ਐਸਾ ਕਰਮ ਹੋ ਜਾਂਦਾ ਹੈ ਜਿੱਥੇ ਉਹਦੀ ਪੱਤ ਨੂੰ ਲੁੱਟਿਆ ਜਾਂਦਾ ਹੈ, ਤੇ ਪੱਤ ਲੁੱਟਣ ਵਾਲੇ ਜਿਹੜੇ ਨੇ ਉਹਦੇ ਤੇ ਥੋੜਾ ਜਿਹਾ ਰਹਿਮ ਨਹੀਂ ਕਰਦੇ, ਉਹਦੇ ਤੇ ਥੋੜਾ ਜਿਹਾ ਤਰਸ ਵੀ ਨਹੀਂ ਕਰਦੇ। ਕਿੰਨੇ ਕਰੂਪ ਨੇ ਉਹ ਅੰਦਰੋਂ। ਹੁਣ ਜਿਸ ਸਾਡੀ ਧੀ ਭੈਣ ਦੀ ਕੋਈ ਪੱਤ ਲੁੱਟ ਰਿਹਾ, ਉਹਨੂੰ ਪੁੱਛ ਕੇ ਵੇਖੋ ਕਿ ਇਹ ਜਿਹੜਾ ਪੱਤ ਨੂੰ ਲੁੱਟਣ ਵਾਲਾ ਇਹ ਬਾਹਰੋਂ ਸੁੰਦਰ ਦਿਸਦਾ ਹੈ, ਉਹਨੇ ਆਖਣਾ ਨਹੀਂ, ਇਹਦੇ ਤੋਂ ਵੱਡਾ ਕਰੂਪ ਤੇ ਹੈ ਹੀ ਕੋਈ ਨਹੀਂ, ਇਸ ਤੋਂ ਵੱਧ ਕੇ ਡਰਾਵਣਾ ਤੇ ਕੋਈ ਹੈ। ਉਹ ਸਾਰੀ ਉਮਰ ਉਹਦੀਆਂ ਅੱਖਾਂ ਅੱਗੇ ਉਹ ਡਰਾਵਣਾ ਸੀਨ ਆਉਂਦਾ ਰਹੇਗਾ। ਉਹ ਹਰ ਵੇਲੇ ਉਹ ਬੱਚੀ ਡਰ ਜਾਏਗੀ ਜਦੋਂ ਐਸੀਆਂ ਭੈੜੀਆਂ ਮਾੜੀਆਂ ਸ਼ਕਲਾਂ ਨੂੰ ਵੇਖੇਗੀ, ਕਿਉਂਕਿ ਉਹਨਾਂ ਦੀ ਕਰੂਪਤਾ ਅੰਦਰ ਦੀ ਬਾਹਰ ਆ ਗਈ। ਇਹ ਕਰੂਪ ਵਾਲਿਆਂ ਦੇ ਲੱਛਣ ਨੇ ਜਿਹੜੇ ਇਸ ਤਰ੍ਹਾਂ ਦੇ ਕਰਮ ਕਰਦੇ ਨੇ। ਇੱਕ ਨਹੀਂ, ਹਜ਼ਾਰਾਂ ਹੀ ਐਸੇ ਜਿਹੜੇ ਆਪਾਂ ਵਿਚਾਰਾਂ ਕਰ ਸਕਦੇ ਹਾਂ ਵੱਖ-ਵੱਖ ਰੂਪ ਦੇ ਵਿੱਚ, ਕਿ ਕਿੰਨੀ ਕਰੂਪਤਾ ਬੰਦੇ ਦੇ ਅੰਦਰ ਭਰੀ ਪਈ ਹੈ। ਸਾਹਿਬ ਜੀ ਕਹਿੰਦੇ ਉਹਦਾ ਕਾਰਨ ਇਹ ਹੈ ਕਿ ਮਨ ਅੰਧ ਹੈ, ਮਨ ਅੰਧਕਾਰ ਵਿੱਚ ਫਸਿਆ ਹੋਇਆ ਹੈ। ਮਨ ਕੋਲ ਗਿਆਨ ਨਹੀਂ, ਮਨ ਕੋਲ ਸੋਝੀ ਨਹੀਂ, ਮਨ ਕੋਲ ਸਮਝ ਨਹੀਂ। ਨਾ ਸਮਝ ਹੋਣ ਕਰਕੇ ਇਹਦਾ ਭਾਂਡਾ ਮੁੱਦਾ ਪੈ ਗਿਆ, ਹਿਰਦਾ ਰੂਪੀ ਭਾਂਡਾ ਉਹ ਮੁੱਦਾ ਪੈ ਗਿਆ। ਔਰ ਅੰਦਰੋਂ ਇੱਕ ਜਿਹੜੇ ਬਾਹਰੋਂ ਖਰੇ ਦਿਸਦੇ ਨੇ, ਇਹ ਅੰਦਰੋਂ ਕਰੂਪ ਨੇ। ਅੰਦਰੋਂ ਇਹਨਾਂ ਦਾ ਜੀਵਨ ਜਿਹੜਾ ਬਿਲਕੁਲ ਡਰਾਵਣਾ ਹੋ ਗਿਆ। ਉਹ ਕਾਰਨ ਕੀ ਸੀ? ਕਰੂਪਤਾ ਲਿਆਂਦੀ ਕਿਵੇਂ ਹੈ? ਹੁਣ ਇਹ ਗੱਲ ਸਮਝ ਲਈਏ ਕਿ ਅੰਦਰ ਦੀ ਜਿਹੜੀ ਕਰੂਪਤਾ ਆਈ, ਉਹ ਆਈ ਕਿਵੇਂ ਹੈ? ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਕਰਕੇ। ਜਿਹੜੇ ਇਹਦੇ ਮਨ ਨੂੰ ਅੰਧਕਾਰ ਦੇ ਵਿੱਚ ਲਿਜਾਣ ਵਾਲੇ ਸੀ, ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਮਨ ਤਾਂ ਜੋਤ ਦਾ ਸਰੂਪ ਸੀ। ਫਿਰ ਇਹਨੂੰ ਅੰਧਕਾਰ ਵਿੱਚ ਕੌਣ ਲੈ ਗਿਆ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਉਹ ਐਸੇ ਅੰਦਰ ਸ਼ੈਤਾਨ ਨੇ ਆ ਕੇ ਮਨ ਨੂੰ ਪਕੜ ਲਿਆ, ਇਸ ਮਨ ਨੂੰ ਕਰੂਪ ਕਰ ਦਿੱਤਾ। ਹੁਣ ਇਹ ਕਰੂਪ ਹੋਇਆ ਮਨ ਅੰਦਰੋਂ ਕਹਿੰਦੇ ਨੇ ਡਰਾਵਣਾ ਭਿਆਨਕ ਰੂਪ ਧਾਰ ਕੇ ਜਿਹੜਾ ਬੈਠਾ ਮਨ, ਉਹ ਹੁਣ ਮਾੜੇ ਕਰਮ ਹੀ ਕਰਦਾ, ਚੰਗੇ ਕਰਮ ਨਹੀਂ ਕਰਦਾ। ਇਸ ਲਈ ਮਹਾਰਾਜ ਜੀ ਕਹਿ ਰਹੇ ਨੇ, ਕਹਿਣ ਲੱਗੇ ਇਸ ਸੰਸਾਰ ਵਿੱਚ ਜਿਹੜੇ ਮਨ ਕਰਕੇ ਅੰਧੇ ਨੇ, ਉਹ ਕਦੇ ਆਪਣਾ ਸੁਭਾਅ, ਆਪਣੀਆਂ ਆਦਤਾਂ ਨੂੰ ਨਹੀਂ ਜਾਣ ਪਾਉਂਦੇ, ਕਿਉਂਕਿ ਉਹਨਾਂ ਦੇ ਮਨ ਵਿੱਚ ਅੰਧਕਾਰ ਤੋਂ ਸਿਵਾ ਕੁਝ ਨਹੀਂ ਹੁੰਦਾ। ਹਿਰਦਾ ਰੂਪੀ ਕਵਲ ਉਹਨਾਂ ਦਾ ਮੁੱਦਾ ਹੋ ਜਾਂਦਾ ਹੈ। ਔਰ ਜਿਹੜੇ ਬਾਹਰੋਂ ਖਰੇ ਦਿਸਦੇ ਨੇ, ਉਹ ਅੰਦਰੋਂ ਕਰੂਪਤਾ ਦੇ ਨਾਲ ਭਰੇ ਹੁੰਦੇ ਹਨ। ਇੱਕ ਕਹਿ ਜਾਣਨ, ਕਹਿਆ ਬੁੱਝਣ, ਤੇ ਨਰ ਸੁਘੜ ਸਰੂਪ। ਦੋ ਗੱਲਾਂ ਗੁਰੂ ਸਾਹਿਬ ਜੀ ਨੇ ਸ਼ਲੋਕ ਵਿੱਚ ਕੀਤੀਆਂ, ਇੱਕ ਗੁਰਮੁਖ ਦੀ ਗੱਲ ਤੇ ਇੱਕ ਮਨਮੁਖ ਦੀ ਗੱਲ। ਮਨਮੁਖ ਦੀ ਗੱਲ ਕੀਤੀ ਸੀ ਕਿ ਮਨਹੁ ਜੇ ਅੰਧੇ ਕੂਪ। ਮਨਮੁਖ ਦੀ ਗੱਲ ਕੀਤੀ ਸੀ ਕਿ ਉਹ ਅੰਦਰੋਂ ਕਰੂਪ ਨੇ। ਹੁਣ ਗੁਰਮੁਖ ਦੀ ਗੱਲ ਅਗਲੀ ਪੰਕਤੀ ਵਿੱਚ ਕਰਦੇ ਨੇ, ਕਿਉਂਕਿ ਗੁਰਬਾਣੀ 'ਚ ਦੋ ਹੀ ਗੱਲਾਂ ਨੇ ਆਰੰਭਤਾ ਵਿੱਚ ਜ਼ਿਕਰ ਕੀਤਾ ਸੀ ਕਿ ਦੋ ਹੀ ਗੱਲਾਂ ਆਪਾਂ ਸਮਝਣੀਆਂ ਨੇ, ਗੁਰਮੁਖ ਤੇ ਮਨਮੁਖ, ਸੁਚੱਜੀ ਤੇ ਕੁਚੱਜੀ, ਸੁਹਾਗਣ
ਤੇ ਦੁਹਾਗਣ। ਬਸ ਆਹ ਦੋ ਗੱਲਾਂ ਸਾਨੂੰ ਗੁਰਬਾਣੀ 'ਚੋਂ ਸਮਝ ਆ ਜਾਣ ਤੇ ਅਸੀਂ ਦੁਹਾਗਣ ਵਾਲਾ ਰਸਤਾ ਛੱਡ ਦਿਆਂਗੇ। ਅਸੀਂ ਕੁਚੱਜੀ ਵਾਲੀ ਸੰਗਤ ਛੱਡ ਦਿਆਂਗੇ। ਅਸੀਂ ਆਪਣੇ ਜੀਵਨ ਨੂੰ ਸੁਚੱਜਾ ਬਣਾਉਣ ਦਾ ਯਤਨ ਕਰਾਂਗੇ, ਪਰ ਕਦੋਂ? ਜਦੋਂ ਸਮਝ ਆਏਗੀ। ਇਸੇ ਲਈ ਕਿਹਾ ਸੀ ਜਿਹਨੂੰ ਸਮਝ ਆ ਗਈ ਗੁਰਮੁਖ ਲਾਹਾ ਲੈ ਗਏ, ਜਿਹਨੂੰ ਨਹੀਂ ਸਮਝ ਆਈ ਮਨਮੁਖ ਚੱਲੇ ਮੂਲ ਗਵਾਏ ਜੀਓ। ਆਪਣਾ ਮੂਲ ਗਵਾ ਗਿਆ। ਹੁਣ ਗੁਰਮੁਖ ਦੀ ਗੱਲ ਕਹਿੰਦੇ ਨੇ, ਕਹਿੰਦੇ ਇੱਕ ਦੇ ਕੱਕੇ ਨੂੰ ਸਿਹਾਰੀ ਲੱਗੀ ਹੈ, ਬਹੁਵਚਨ ਹੈ। ਕਈ, ਜਿੱਥੇ ਕੱਕਾ ਮੁਕਤਾ ਹੋਏਗਾ ਉੱਥੇ ਇੱਕ ਦੀ ਗੱਲ ਹੋਏਗੀ, ਤੇ ਜਿੱਥੇ ਕੱਕੇ ਨੂੰ ਸਿਹਾਰੀ ਲੱਗ ਗਈ ਉੱਥੇ ਬਹੁਵਚਨ ਬਹੁਤਿਆਂ ਦੀ ਗੱਲ ਹੈ। ਇੱਥੇ ਆ ਵੀ ਕਈ ਕਹਿ ਜਾਣਨ, ਕਈ ਜਿਹੜੇ ਨੇ ਜੋ ਕਿਹਾ ਹੈ ਉਹਨੂੰ ਜਾਣਦੇ ਨੇ। ਪਹਿਲੇ ਕੀ ਕਿਹਾ ਸੀ? ਪਹਿਲੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਕਿ ਜੋ ਕਹਿਆ ਹੈ ਉਹ ਨਹੀਂ ਜਾਣਦੇ, ਤੇ ਜਿਹੜੇ ਜਾਣਦੇ ਨਹੀਂ ਉਹ ਸਮਝਣਗੇ ਕੀ। ਪਰ ਉਹ ਵੀ ਕਈ ਐਸੇ ਪ੍ਰਾਣੀ ਵੀ ਨੇ ਜੋ ਉਹਨਾਂ ਨੂੰ ਕਹਿਆ ਉਹਨਾਂ ਨੇ ਜਾਣਿਆ, ਤੇ ਜੋ ਉਹਨਾਂ ਨੂੰ ਕਹਿਆ ਉਹਨਾਂ ਨੇ ਉਹਨਾਂ ਨੂੰ ਬੁੱਝ ਲਿਆ। ਬੁੱਝ ਦਾ ਅਰਥ ਹੁੰਦਾ ਸਮਝ ਲਿਆ। ਇੱਕ ਕਹਿ ਜਾਣਨ, ਕਹਿਆ ਬੁੱਝਣ। ਇਹ ਕਈ ਐਸੇ ਵੀ ਨੇ ਜਿਹੜੇ ਕਹੇ ਹੋਏ ਬੋਲ ਨੂੰ ਜਾਣਦੇ ਨੇ, ਔਰ ਜਿਹੜੇ ਕਹੇ ਹੋਏ ਬੋਲ ਨੂੰ ਬੁੱਝਣ ਸਮਝਦੇ ਵੀ ਨੇ, ਤੇ ਜਿਹੜੇ ਉਹਨੂੰ ਬੁੱਝਦੇ ਵੀ ਨੇ, ਸਮਝਦੇ ਵੀ ਨੇ, ਜਾਣਦੇ ਵੀ ਨੇ। ਤੇ ਨਰ ਸੁਗੜ ਸਰੂਪ, ਉਹ ਫਿਰ ਨਰ ਦਾ ਅਰਥ ਹੁੰਦਾ ਮਨ। ਉਹ ਮਨ ਦੇ ਤਲ ਉੱਤੇ ਫਿਰ ਸੁਗੜ ਤੇ ਸਰੂਪ ਹੋ ਜਾਂਦੇ ਨੇ। ਉਹ ਮਨ ਦੇ ਤਲ ਤੇ ਅਤੀ ਸੁੰਦਰ ਹੋ ਜਾਂਦੇ, ਸ਼ੁਭ ਗੁਣਾਂ ਨਾਲ ਭਰਪੂਰ ਹੋ ਜਾਂਦੇ ਨੇ, ਔਰ ਅੰਦਰੋਂ ਸੁਘੜ ਸੋਹਣੇ ਘੜੇ ਜਾਂਦੇ ਨੇ ਅੰਦਰੋਂ। ਹੁਣ ਇਹ ਗੱਲ ਆਪਾਂ ਜਪਜੀ ਸਾਹਿਬ ਵਿੱਚੋਂ ਸਮਝ ਕੇ ਅੱਗੇ ਚੱਲਣਾ ਸੀ। ਕਈ ਗੱਲਾਂ ਨਾ ਗੁਰੂ ਸਾਹਿਬ ਨੇ ਬਾਰ-ਬਾਰ ਰਿਪੀਟ ਕੀਤੀਆਂ ਨੇ। ਕਈ ਵਾਰੀ ਬੰਦਾ ਕਹਿ ਦਿੰਦਾ ਵੀ ਇਹ ਇੱਕੋ ਗੱਲ ਨੂੰ ਰਿਪੀਟ ਕਰੀ ਜਾਂਦੇ ਆ, ਤੇ ਜਪਜੀ ਸਾਹਿਬ ਵਿੱਚ ਕਿੰਨੀਆਂ ਗੱਲਾਂ ਬਾਰ-ਬਾਰ ਰਿਪੀਟ ਹੋਈਆਂ ਨੇ। ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਆਪਾਂ ਬਾਣੀ ਦਾ ਜਾਪ ਕਰਦੇ ਆਂ, ਜਪ ਦੀ ਬਾਣੀ, ਜਦੋਂ ਮੰਨੇ ਦੀਆਂ ਸੁਣਿਆਂ ਦੀਆਂ ਪੌੜੀਆਂ ਪੜ੍ਹਦੇ ਹੋ, ਤੇ ਗੁਰੂ ਸਾਹਿਬ ਨੇ ਕਿੰਨੀ ਵਾਰ ਰਿਪੀਟ ਕੀਤਾ? ਨਾਨਕ ਭਗਤਾਂ ਸਦਾ ਵਿਗਾਸ ਸੁਣਿਐ, ਦੁਖ ਪਾਪ ਕਾ ਨਾਸ। ਇੱਕ ਵਾਰੀ ਥੋੜੀ ਕਿਹਾ, ਮਹਾਰਾਜ ਨੇ ਬਾਰ-ਬਾਰ ਰਿਪੀਟ ਕੀਤਾ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਇੱਕ ਵਾਰੀ ਥੋੜੀ ਕਿਹਾ, ਬਾਰ-ਬਾਰ ਰਿਪੀਟ ਕੀਤਾ। ਕਿਉਂ ਰਿਪੀਟ ਕਰਨਾ ਪੈਂਦਾ ਹੈ? ਵੀ ਜੇ ਪਹਿਲੀ ਵਾਰ ਨਹੀਂ ਸਮਝ ਆਈ ਤਾਂ ਦੂਜੀ ਵਾਰ ਸਮਝ ਆ ਜਾਏ, ਦੂਜੀ ਵਾਰ ਸਮਝ ਨਹੀਂ ਆਈ ਤਾਂ ਤੀਜੀ ਵਾਰ ਆ ਜਾਏ, ਤੇ ਜੇ ਤੀਜੀ ਵਾਰੀ ਵੀ ਨਹੀਂ ਸਮਝ ਆਈ ਤੇ ਫਿਰ ਸਮਝਾਉਣਾ ਔਖਾ ਹੈ, ਫਿਰ ਮੁਸ਼ਕਲ ਹੈ ਇਹਨੂੰ ਸਮਝਾਉਣਾ। ਪਰ ਤੀਜੀ ਵਾਰ ਤੇ ਦੁਨੀਆ ਕਹਿੰਦੀ ਹੈ ਵੀ ਸਮਝਾਉਣਾ। ਗੁਰੂ ਸਾਹਿਬ ਤਾਂ ਚੌਥੀ ਵਾਰ ਵੀ ਸਮਝਾਉਂਦੇ ਨੇ। ਗੁਰੂ ਸਾਹਿਬ ਨੇ ਤਾਂ ਪੰਜਵੀਂ ਵਾਰੀ ਵੀ ਸਮਝਾਇਆ। ਅਕਸਰ ਬੰਦੇ ਨੂੰ 3 ਮੌਕੇ ਦਿੱਤੇ ਜਾਂਦੇ ਨੇ ਸਮਝਣ ਸਮਝਾਉਣ ਦੇ, ਪਰ ਗੁਰਬਾਣੀ ਵਿੱਚ 4 ਵਾਰ ਵੀ ਮੌਕੇ ਦਿੱਤੇ, ਤੇ 5ਵੇਂ ਜਾਮੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਫਿਰ ਗੱਲ ਸਮਝਾਉਂਦੇ ਪਏ ਨੇ ਕਿ ਆਹ ਬਾਣੀ ਦਾ ਅਭਿਆਸ ਕਰੋ। ਸ਼ਬਦ ਜਿਹੜਾ ਅਸਲ ਟਕਸਾਲ, ਜਿੱਥੇ ਆ ਕੇ ਤੁਸੀਂ ਅੰਦਰੋਂ ਘੜਨਾ ਹੈ, ਉਹਦੇ ਨਾਲ ਆ ਕੇ ਜੁੜੋ ਤੇ ਅੰਦਰੋਂ ਘੜੇ ਜਾਓਗੇ। ਫਿਰ ਤਤੀ ਤਵੀ ਤੇ ਬੈਠ ਕੇ ਵੀ ਉਹਦਾ ਸੇਕ ਨਹੀਂ ਤੁਹਾਨੂੰ ਲੱਗੇਗਾ। 5ਵੇਂ ਜਾਮੇ 'ਚ ਜਾ ਕੇ ਵੀ ਸਮਝਾਇਆ। ਪਰ ਜਿਹੜੀ ਗੱਲ 5ਵੇਂ ਜਾਮੇ 'ਚ ਸਮਝਾਉਂਦੇ ਨੇ, ਉਹ ਤੇ ਪਹਿਲੇ ਜਾਮੇ 'ਚ ਹੀ ਗੱਲ ਕਲੀਅਰ ਕਰ ਦਿੱਤੀ ਸੀ। ਸਾਡੀ ਜਿਹੜੀ ਸ਼ੁਰੂਆਤ ਹੁੰਦੀ ਹੈ ਬਾਣੀ ਦੀ, ਜਪ ਦੀ ਬਾਣੀ ਤੋਂ ਹੁੰਦੀ ਹੈ, ਜਪਜੀ ਸਾਹਿਬ। ਤੇ ਉੱਥੇ ਸਾਹਿਬ ਜੀ ਨੇ ਕਿਹਾ, ਘੜੀਐ ਸ਼ਬਦ ਸੱਚੀ ਟਕਸਾਲ। ਜਿਸ ਦਿਨ ਤੁਸੀਂ ਸ਼ਬਦ ਦੀ ਟਕਸਾਲ ਵਿੱਚ ਘੜੇ ਜਾਓਗੇ, ਉਸ ਦਿਨ ਫਿਰ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਪਰ ਘੜੇ ਕਿੱਥੇ ਜਾ ਰਹੇ ਹਾਂ ਅਸੀਂ? ਘੜੇ ਤਾਂ ਜਾ ਹੀ ਨਹੀਂ ਰਹੇ, ਅਜੇ ਤਾਂ ਗਿਣਤੀਆਂ ਦੇ ਚੱਕਰਾਂ 'ਚ ਹੀ ਪਏ ਹੋਏ ਹਾਂ। ਹਜੇ ਤੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿੱਚ ਹੀ ਪਏ ਹੋਏ ਹਾਂ ਵੀ ਜੇ ਇਹਨੇ 7 ਮਿੰਟ 'ਚ ਪਾਠ ਜਪਜੀ ਸਾਹਿਬ ਦਾ ਕੀਤਾ, ਮੈਂ 5 ਮਿੰਟ 'ਚ ਕਰਨਾ। ਕਈ ਵਾਰੀ 4 ਸੱਜਣ ਬੈਠੇ, ਸਾਰਿਆਂ ਦੀ ਗੱਲ ਨਹੀਂ ਹੋ ਰਹੀ। ਫਿਰ ਬੇਨਤੀ ਸੁਣਿਓ, ਕਿਉਂਕਿ ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ ਜਾਂ ਘਰਾਂ 'ਚ ਬੈਠ ਕੇ ਸੁਣਦੇ ਹੋ, ਹਰ ਇੱਕ ਦੀ ਅਵਸਥਾ ਵੱਖਰੀ ਵੱਖਰੀ ਹੈ। ਸਾਰਿਆਂ ਨੂੰ ਇੱਕੋ ਤਕੜੀ 'ਚ ਨਹੀਂ ਆਪਾਂ ਤੋਲ ਸਕਦੇ। ਬਹੁਤਾਤ ਵਿੱਚ ਇਹੀ ਹੁੰਦਾ ਵੀ ਬੰਦਾ ਕਹਿੰਦਾ ਤੂੰ ਪਾਠ ਕਿੰਨੇ ਮਿੰਟ 'ਚ ਕਰ ਲੈਣਾ? ਉਹ ਕਹਿੰਦਾ ਮੈਂ ਤੇ ਇੰਨੇ ਮਿੰਟ ਲਾਉਣਾ। ਉਹ ਕਹਿੰਦਾ ਤੇਰੇ ਨਾਲੋਂ ਵੱਧ ਕੇ ਤੇ ਮੈਂ ਪਾਠ ਕਰਦਾ, ਤੂੰ 7 ਮਿੰਟ ਲਾਉਣਾ, ਮੈਂ ਤੇ 5 ਮਿੰਟ 'ਚ ਹੀ ਮੁਕਾ ਲੈਣਾ।
ਅਸੀਂ ਮੁਕਾਉਣ ਤੇ ਲੱਗੇ ਹੋਏ ਆ। ਉਹ ਮੁਕਾਉਂਦਿਆਂ ਮੁਕਾਉਂਦਿਆਂ ਜ਼ਿੰਦਗੀ ਮੁੱਕ ਜਾਣੀ ਹੈ, ਅੰਦਰੋਂ ਘੜਿਆ ਕੋਈ ਨਹੀਂ ਜਾਣਾ। ਫਿਰ ਉਹਦੀ ਨਾਨਕ ਨਜ਼ਰੀ ਨਜ਼ਰ ਨਿਹਾਲ ਵਾਲੀ ਖੇਡ ਕਿਵੇਂ ਬਣੇਗੀ? ਅਸੀਂ ਤੇ ਨਿਹਾਲ ਹੋਣ ਵਾਸਤੇ ਕਿ ਉਹਦੀ ਨਜ਼ਰ ਸਾਡੇ ਤੇ ਹੋਵੇ ਤੇ ਅਸੀਂ ਸਦਾ ਲਈ ਨਿਹਾਲ ਹੋ ਜਾਈਏ। ਪਰ ਮਹਾਰਾਜ ਕਹਿੰਦੇ ਜੇ ਤੂੰ ਘੜੇਗਾ ਅੰਦਰੋਂ ਤਾਂ ਹੀ ਹੈ ਨਾ। ਪਹਿਲੇ ਤੇ ਅੰਦਰੋਂ ਸੁਗੜ ਸੋਹਣਾ ਅੰਦਰੋਂ ਘੜਨ ਵਾਸਤੇ ਆਪਣੇ ਆਪ ਨੂੰ ਤਿਆਰ ਕਰ। ਗੁਰਬਾਣੀ ਦੇ ਟਕਸਾਲ ਵਿੱਚ ਸ਼ਬਦ ਰਾਹੀਂ ਤੂੰ ਆਪਣੇ ਅੰਦਰ ਨੂੰ ਘੜ। ਸੁਰਤ ਮਤ ਮਨ ਬੁੱਧ ਨੂੰ ਅੰਦਰੋਂ ਘੜ। ਜਿਸ ਦਿਨ ਤੂੰ ਘੜ ਲੇਗਾ ਉਸ ਦਿਨ ਸਰੂਪ ਹੋ ਜਾਏਗਾ। ਸਰੂਪ ਦਾ ਅਰਥ ਹੁੰਦਾ ਸੁੰਦਰ ਸਰੂਪ ਵਾਲਾ, ਸੁੰਦਰ ਵਿਚਾਰਾਂ ਵਾਲਾ। ਉਸ ਦਿਨ ਤੇਰਾ ਸੁਭਾਅ ਚੰਗਾ, ਤੇਰੀਆਂ ਆਦਤਾਂ ਚੰਗੀਆਂ, ਤੇਰੀ ਸੋਚ ਚੰਗੀ, ਤੇਰੇ ਕਰਮ ਚੰਗੇ ਹੋ ਜਾਣਗੇ। ਉਸ ਦਿਨ ਤੂੰ ਸੁੰਦਰ ਹੋ ਜਾਏ। ਬਾਹਰੋਂ ਭਾਵੇਂ ਤੇਰੀ ਸ਼ਕਲ ਸੁੰਦਰ ਨਾ ਹੋਵੇ ਪਰ ਅੰਦਰੋਂ ਤੂੰ ਸੁੰਦਰ ਹੋ ਜਾਏਗਾ। ਬਾਹਰੋਂ ਭਾਵੇਂ ਰੰਗ ਰੂਪ ਤੇਰਾ ਚੰਗਾ ਨਾ ਹੋਵੇ ਪਰ ਅੰਦਰੋਂ ਤੂੰ ਚੰਗਾ ਹੋ ਜਾਏਗਾ। ਹੁਣ ਬਾਹਰ ਦੀ ਸੁੰਦਰਤਾ ਨੂੰ ਕੀ ਕਰਾਂਗੇ ਜੇ ਅੰਦਰ ਹੀ ਕਰੂਪਤਾ ਭਰੀ ਪਈ ਹੈ। ਅੰਦਰ ਦੀ ਕਰੂਪਤਾ ਜਦੋਂ ਬਾਹਰ ਆਉਂਦੀ ਹੈ ਅਸੀਂ ਕਹਿੰਦੇ ਆ ਤੇ ਬਾਹਰੋਂ ਹੀ ਵੇਖ ਕੇ ਮੈਂ ਧੋਖਾ ਖਾ ਗਿਆ। ਜਿੰਨਾ ਬਾਹਰੋਂ ਸੋਹਣਾ ਦਿਸਦਾ ਸੀ ਉਨਾ ਹੀ ਅੰਦਰੋਂ ਕਰੂਪ ਹੈ। ਇੱਥੇ ਹੀ ਧੋਖਾ ਖਾਂਦੇ ਆ ਅਸੀਂ, ਮਾਰ ਖਾਂਦੇ ਆ। ਇਸ ਲਈ ਮਹਾਰਾਜ ਜੀ ਕਹਿ ਰਹੇ ਨੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਈ ਉਹ ਵੀ ਨੇ, ਪੂਰੀ ਦੁਨੀਆ ਨੂੰ ਨਹੀਂ ਆਪਾਂ ਕਹਿ ਸਕਦੇ ਕਿ ਸਾਰੇ ਹੀ ਮਨ ਦੇ ਅੰਧੇ ਨੇ, ਨਹੀਂ। ਸਾਰੀ ਦੁਨੀਆ ਵਿੱਚੋਂ ਕਈ ਐਸੇ ਵੀ ਨੇ ਜਿਹੜੇ ਕਹਿ ਜਾਣਨ, ਜੋ ਕਿਹਾ ਜਾ ਰਿਹਾ ਹੈ ਉਹਨੂੰ ਜਾਣਦੇ ਨੇ। ਉਹ ਵੀ ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਗੁਰੂ ਕਹਿ ਰਹੇ ਨੇ ਉਹ ਸਾਡੇ ਭਲੇ ਵਾਸਤੇ ਕਹਿ ਰਹੇ ਨੇ। ਤੇ ਜਿਹੜੇ ਇਸ ਗੱਲ ਨੂੰ ਜਾਣਦੇ ਨੇ, ਕਹਿਆ ਬੁੱਝਣ, ਉਹ ਫਿਰ ਜੋ ਕਹਿਆ ਹੈ ਉਹਨੂੰ ਬੁੱਝ ਵੀ ਲੈਂਦੇ ਨੇ, ਉਹਨੂੰ ਸਮਝ ਵੀ ਲੈਂਦੇ ਨੇ। ਤੇ ਜਿਹੜੇ ਸਮਝ ਲੈਂਦੇ ਨੇ ਗੁਰਬਾਣੀ ਕਿਉਂ ਸਾਨੂੰ ਦਿੱਤੀ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਕਿਉਂ ਲਾਇਆ ਹੈ, ਸਾਨੂੰ ਨਿਤਨੇਮ ਕਰਨ ਲਈ ਕਿਉਂ ਕਿਹਾ ਹੈ, ਸਾਨੂੰ ਬਾਣੀ ਦਾ ਅਭਿਆਸ ਕਰਨ ਲਈ ਕਿਉਂ ਕਿਹਾ ਹੈ, ਜਿਨੇ ਇਸ ਗੱਲ ਨੂੰ ਬੁੱਝ ਲਿਆ ਤੇ ਨਰ ਸੁਗੜ ਸਰੂਪ, ਉਹ ਅੰਦਰੋਂ ਸੋਹਣੇ ਘੜੇ ਗਏ। ਉਹ ਅੰਦਰੋਂ ਸਰੂਪ, ਸੁੰਦਰ ਆਦਤਾਂ, ਸੁੰਦਰ ਸੁਭਾਅ, ਸੁੰਦਰ ਵਿਚਾਰਾਂ ਵਾਲੇ ਹੋ ਗਏ। ਤੇ ਜਿਹੜੇ ਅੰਦਰੋਂ ਸਰੂਪ ਹੋ ਗਏ ਉਹ ਕਦੇ ਕਿਸੇ ਦਾ ਮਾੜਾ ਨਹੀਂ ਕਰ ਸਕਦੇ। ਜਿਹੜੇ ਅੰਦਰੋਂ ਸਰੂਪ ਹੋ ਗਏ ਨਾ ਉਹ ਤੇ ਫਿਰ ਬੁਰੇ ਦਾ ਵੀ ਭਲਾ ਹੀ ਕਰਨਗੇ, ਕਦੇ ਚੰਗੇ ਦਾ ਵੀ ਮਾੜਾ ਨਹੀਂ ਕਰਦੇ। ਜਿਹੜੇ ਅੰਦਰੋਂ ਕਰੂਪ ਨੇ ਉਹ ਬਾਹਰੋਂ ਭਲਾ ਕਰਨ ਵਾਲੇ ਦਾ ਵੀ ਮਾੜਾ ਕਰਦੇ। ਤੇ ਜਿਹੜੇ ਅੰਦਰੋਂ ਸੁਗੜ ਸਰੂਪ ਨੇ ਉਹ ਤਾਂ ਬੁਰਾ ਕਰਨ ਵਾਲੇ ਦਾ ਵੀ ਭਲਾ ਹੀ ਮੰਗਦੇ ਨੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗਈ ਪੱਲੇ, ਸਭ ਕੁਛ ਪਾਏ। ਪਰ ਅੰਦਰੋਂ ਸੁਗੜ ਸਰੂਪ ਹੋਣਾ ਪਏਗਾ ਜੇ ਇਸ ਬਾਬਾ ਫਰੀਦ ਸਾਹਿਬ ਜੀ ਦੀ ਪੰਕਤੀ ਤੇ ਖਰੇ ਉਤਰਨਾ। ਤੋ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਈ ਉਹ ਵੀ ਨੇ ਜਿਨ੍ਹਾਂ ਨੇ ਜੋ ਕਹਿਆ ਉਹ ਜਾਣਿਆ, ਜੋ ਕਹਿਆ ਉਹਨੂੰ ਬੁੱਝ ਲਿਆ, ਔਰ ਬੁੱਝ ਲਿਆ ਜਿਨ੍ਹਾਂ ਨੇ, ਉਹਨਾਂ ਨੇ ਆਪਣੇ ਅੰਦਰ ਨੂੰ ਸੋਹਣਾ ਘੜ ਕੇ ਆਪਣੇ ਜੀਵਨ ਨੂੰ ਸੁੰਦਰ ਬਣਾ ਲਿਆ। ਇਕ ਨਾ ਨਾਦ ਨਾ ਬੇਦ ਨਾ ਗੀਯ ਰਸ, ਰਸ ਕਸ ਨਾ ਜਣੰਤ। ਹੁਣ ਕਈ ਉਹ ਵੀ ਨੇ ਜਿਹੜੇ ਇਸ ਨਾਦ ਨੂੰ, ਨਾਦ ਦਾ ਅਰਥ ਹੈ ਧੁਨੀ, ਨਾ ਉਸ ਧੁਨੀ ਦੇ ਦਾ ਉਹਨਾਂ ਨੂੰ ਗਿਆਨ ਹੈ, ਨਾ ਉਹਨਾਂ ਨੂੰ ਵੇਦ, ਵੇਦ ਦਾ ਇੱਥੇ ਅਰਥ ਹੈ ਗਿਆਨ, ਰੱਬੀ ਗਿਆਨ, ਨਾ ਉਹਨਾਂ ਨੂੰ ਰੱਬੀ ਗਿਆਨ ਦਾ ਕੋਈ ਗਿਆਨ ਹੈ। ਤੇ ਨਾ ਹੀ ਉਹਨਾਂ ਨੂੰ ਕਹਿੰਦੇ ਜੋ ਗਾਇਆ ਜਾ ਰਿਹਾ ਹੈ। ਗੀ ਦਾ ਅਰਥ ਹੁੰਦਾ ਗਾਉਣਾ, ਜੋ ਸੁਰ ਤਾਲ ਦੇ ਵਿੱਚ ਗਾਇਆ ਜਾ ਰਿਹਾ ਹੈ। ਸੁਰ ਤਾਲ ਦੇ ਵਿੱਚ ਜੋ ਗਾਇਆ ਜਾ ਰਿਹਾ ਹੈ ਨਾ ਉਹਨਾਂ ਨੂੰ ਉਹਨਾਂ ਦਾ ਰਸ ਜਿਹੜਾ ਉਹ ਆਉਂਦਾ, ਕਿਉਂਕਿ ਉਹ ਰਸ ਕਸ ਜਾਣਦਾ ਹੀ ਨਹੀਂ, ਉਹ ਤੇ ਬਾਹਰ ਦੇ ਰਸਾਂ ਵਿੱਚ ਪਏ ਹੋਏ ਨੇ। ਜਿਹੜਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਰਸ ਵਿੱਚ ਪਿਆ ਹੋਇਆ ਉਹਨੂੰ ਕਦੀ ਗੁਰਬਾਣੀ ਦਾ ਕੀਰਤਨ ਦਾ ਰਸ ਆਏਗਾ? ਕਦੇ ਨਹੀਂ ਆਏਗਾ। ਉਹਨੂੰ ਕਦੇ ਜਿਹੜਾ ਕੀਰਤਨ ਦੇ ਵਿੱਚ ਜੋ ਸਾਜ਼ ਚੱਲਦੇ ਨੇ ਉਹ ਰਾਗਾਂ ਦੇ ਆਧਾਰ ਦੇ ਉੱਤੇ ਉਹ ਕਦੀ ਉਹਨੂੰ ਧੁਨ ਚੰਗੀ ਲੱਗੇਗੀ? ਕਦੇ ਨਹੀਂ ਉਹਨੂੰ ਚੰਗੀ ਲੱਗੇਗੀ। ਕਿਉਂਕਿ ਮਨ ਅੰਦਰ ਚੰਚਲ ਹੈ, ਉਹ ਤੇ ਚੰਚਲਤਾਈਆਂ ਵਾਲੀਆਂ ਗੱਲਾਂ ਸੁਣਨਾ ਚਾਹੁੰਦਾ ਹੈ। ਜਿਹਦੇ ਨਾਲ ਮਨ ਚੰਚਲ ਹੋਵੇ, ਮਨ 'ਚ ਹਰਕਤ ਹੋਵੇ, ਮਨ ਸ਼ਰਾਰਤ ਕਰੇ, ਮਨ ਤੇ ਉਹ ਸੁਣਨਾ ਚਾਹੁੰਦਾ ਹੈ। ਅਸੀਂ ਵੀ ਕੀਰਤਨ ਦੇ ਵਿੱਚ ਉਹ ਹਾਰਮੋਨੀਅਮ ਦੇ ਵਿੱਚੋਂ ਦੀ ਧੁਨ ਉਹ ਸੁਣਨਾ ਚਾਹੁੰਦੇ ਹਾਂ ਜਿਹਦੇ ਨਾਲ ਮਨ ਸ਼ਰਾਰਤ ਕਰੇ, ਮਨ ਸ਼ਰਾਰਤੀ ਹੋ ਜਾਏ, ਕਿਉਂਕਿ ਮਨ ਚੰਚਲ ਹੈ ਨਾ।
ਮਨ ਨੂੰ ਉਹ ਰਸ ਨਹੀਂ ਆ ਰਿਹਾ ਜੋ ਗੁਰਬਾਣੀ ਦਾ ਦਿੱਤਾ ਜਾ ਰਿਹਾ। ਮਨ ਕਹਿੰਦਾ ਕੋਈ ਹਰਕਤ ਕਰ, ਕੋਈ ਸ਼ਰਾਰਤ ਕਰ, ਤੇ ਸ਼ਰਾਰਤ ਕਰਨ ਲਈ ਤੈਨੂੰ ਧੁਨ ਸੁਣਨੀ ਪੈਣੀ ਆ ਉਦਾਂ ਦੀ। ਇਸ ਲਈ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਤੂੰ ਜਿੰਨਾ ਮਰਜੀ ਚਤਰ ਹੋ ਜਾ, ਜਿੰਨਾ ਮਰਜੀ ਚੰਚਲ ਹੋ ਜਾ, ਜਿੰਨਾ ਮਰਜੀ ਸ਼ਰਾਰਤਾਂ ਕਰ ਲੈ, ਪਰ ਤੇਰੀ ਚਤਰਾਈਆਂ ਦੇ ਨਾਲ ਇਹ ਖੇਡ ਨਹੀਂ ਬਣਨੀ ਜਿਹੜੀ ਤੂੰ ਬਣਾਉਣਾ ਚਾਹੁੰਦਾ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਕਹਿਣ ਲੱਗੇ ਜਿਹੜੇ ਰਸਾਂ ਵਿੱਚ ਤੂੰ ਪਿਆ ਹੋਇਆ ਨਾ, ਇਹ ਰਸ ਤੈਨੂੰ ਕਰੂਪਤਾ ਵੱਲ ਲੈ ਜਾਣਗੇ, ਨਰਕ ਵੱਲ, ਭਾਵ ਦੁੱਖਾਂ ਵੱਲ ਲੈ ਜਾਣਗੇ। ਜਿਹੜਾ ਰਸ ਤੈਨੂੰ ਚਾਹੀਦਾ ਉਸ ਰਸ ਦਾ ਤੈਨੂੰ ਗਿਆਨ ਹੀ ਨਹੀਂ ਹੈ। ਇੱਕ ਨਾ ਨਾਦ ਨਾ ਬੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਉਹ ਨਹੀਂ ਜਾਣਦੇ, ਉਹ ਹੋਰ ਰਸਾਂ ਵਿੱਚ ਸਵਾਦਾਂ ਵਿੱਚ ਪਏ ਹੋਏ ਨੇ। ਨਾ ਉਹਨਾਂ ਨੂੰ ਇਸ ਧੁਨੀ ਦਾ ਰਸ ਹੈ, ਤੇ ਨਾ ਹੀ ਉਹਨਾਂ ਨੂੰ ਗਿਆਨ ਦਾ ਰਸ ਆਉਂਦਾ ਹੈ, ਨਾ ਹੀ ਉਹਨਾਂ ਨੂੰ ਗਾਉਣ ਦਾ ਰਸ ਆਉਂਦਾ ਹੈ, ਤੇ ਨਾ ਹੀ ਉਹ ਇਸ ਰਸ ਗਸ ਨੂੰ ਜਾਣਦੇ ਨੇ। ਜਿਹੜੇ ਗੁਰਬਾਣੀ ਵਿੱਚ ਰਸ ਭਰੇ ਹੋਏ ਨੇ ਉਹਦਾ ਸਵਾਦ ਨਹੀਂ ਉਹ ਲੈ ਸਕਦੇ, ਜਿਹੜੇ ਇਸ ਬਾਰੇ ਜਾਣਦੇ ਹੀ ਨਹੀਂ ਹਨ। ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ। ਕਈ ਐਸੇ ਵੀ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਸਫਲਤਾ ਹਾਸਲ ਵੀ ਨਹੀਂ ਕੀਤੀ ਮਨ ਦੇ ਤਲ ਤੇ। ਫਿਰ ਬੇਨਤੀ ਕਰਾਂ, ਗੁਰਬਾਣੀ ਜਿਹੜੀ ਹੈ ਇਹ ਮਨ ਦੇ ਤਲ ਤੇ ਸਮਝਾਈ ਜਾ ਰਹੀ ਹੈ। ਜੇ ਤਨ ਦੀ ਗੱਲ ਹੋਵੇ ਨਾ ਤੇ ਬੰਦਾ ਹੱਥ ਖੜਾ ਕਰਕੇ ਕਹੇਗਾ ਮੈਂ ਤੇ ਇੰਨੀ ਕਾਮਯਾਬੀ ਹਾਸਲ ਕਰ ਲਈ, ਮੈਂ ਤੇ ਇੰਨਾ ਕਾਮਯਾਬ ਹੋ ਗਿਆ, ਮੈਂ ਤੇ ਇੰਨਾ ਸਫਲ ਹੋ ਗਿਆ। ਮਹਾਰਾਜ ਕਹਿੰਦੇ ਗੱਲ ਤਨ ਦੀ ਨਹੀਂ ਹੈ। ਤੇਰੇ ਤਨ ਦਾ ਪਤਾ ਹੈ ਕਿੰਨਾ ਕੁ ਕਾਮਯਾਬ ਹੋ ਗਿਆ। ਜਿਸ ਦਿਨ ਦੁਨੀਆ ਤੋਂ ਚੱਲਣਾ ਉਸ ਦਿਨ ਤੂੰ ਆਪਣੇ ਆਪ ਵੀ ਖਲੋ ਨਹੀਂ ਸਕੇਗਾ, ਉਹ ਵੀ ਚਾਰ ਬੰਦਿਆਂ ਨੇ ਮੋਢੇ ਤੇ ਰੱਖ ਕੇ ਲੈ ਜਾਣਾ। ਤੇ ਕਈ ਵਾਰ ਸਰੀਰ ਦੀ ਹਾਲਤ ਹੀ ਐਸੀ ਹੋ ਜਾਂਦੀ ਹੈ ਵੀ ਚਾਰ ਮੋਢੇ ਵੀ ਨਸੀਬ ਨਹੀਂ ਹੁੰਦੇ। ਗੱਲ ਸਰੀਰ ਦੀ ਨਹੀਂ ਹੈ, ਗੱਲ ਤੇ ਇਹ ਹੈ ਵੀ ਤੂੰ ਮਨ ਕਰਕੇ ਕਿੰਨਾ ਕੁ ਸਫਲ ਹੋਇਆ, ਮਨ ਕਰਕੇ ਤੂੰ ਇਸ ਮੱਸਿਆ ਦੀ ਰਾਤ ਵਿੱਚੋਂ ਕਿੰਨਾ ਕੁ ਤੂੰ ਨਿਕਲਿਆ ਹੈ ਕਿ ਅੱਜ ਵੀ ਉਸੇ ਰਾਤ ਵਿੱਚ ਹੀ ਫਸਿਆ ਬੈਠਾ, ਅੱਜ ਵੀ ਵਹਿਮ ਭਰਮ ਕਰਮ ਕਾਂਡ ਵਿੱਚ ਫਸਿਆ। ਇੰਨੀ ਤਰੱਕੀ ਹੋ ਗਈ ਬਾਹਰੋਂ, ਇੰਨੀ ਸੋਝੀ ਹੋ ਗਈ, ਇੰਨਾ ਕੁਝ ਬਣਾ ਗਿਆ, ਪਰ ਮਨ ਹਜੇ ਵੀ ਵਹਿਮ ਭਰਮ 'ਚ ਹੀ ਪਿਆ, ਹਜੇ ਵੀ ਕਰਮ ਕਾਂਡ ਵਿੱਚ ਹੀ ਪਿਆ। ਕਹਿੰਦੇ ਇੱਕ ਉਹ ਨੇ, ਕਈ ਉਹ ਨੇ ਜਿਹੜੇ ਜਿਨ੍ਹਾਂ ਨੂੰ ਨਾ ਸਫਲਤਾ ਮਿਲੀ ਹੈ, ਇੱਕ ਨਾ ਕਈਆਂ ਨੂੰ ਸਿੱਧ ਨਾ ਬੁੱਧ, ਨਾ ਉਹਨਾਂ ਨੂੰ ਸਿੱਧੀਆਂ ਭਾਵ ਸਫਲਤਾਵਾਂ ਕਾਮਯਾਬੀਆਂ ਮਿਲੀਆਂ, ਤੇ ਨਾ ਹੀ ਉਹਨਾਂ ਕੋਲ ਕੋਈ ਬੁੱਧੀ ਹੈ ਜਿਹੜੀ ਉਹਨਾਂ ਦੀ ਕੰਮ ਕਰਦੀ ਹੋਵੇ। ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤਾ। ਕਈਆਂ ਦੇ ਕੋਲ ਕਹਿੰਦੇ ਨੇ ਸ੍ਰੇਸ਼ਟ ਅਕਲ, ਉੱਤਮ ਅਕਲ ਵੀ ਨਹੀਂ ਹੁੰਦੀ, ਮਤ। ਕਈਆਂ ਦੇ ਕੋਲ ਉੱਤਮ ਮਤ ਜਿਹੜੀ ਹੈ ਉਹ ਵੀ ਨਹੀਂ ਹੁੰਦੀ। ਕਈਆਂ ਦੀ ਮਤ ਜਿਹੜੀ ਹੈ ਉਹ ਕਹਿਣ ਲੱਗੇ ਇੰਨੀ ਨੀਵੀਂ ਹੁੰਦੀ ਹੈ ਕਿ ਉਹਨਾਂ ਨੂੰ ਸਮਝਾਉਣਾ ਬੜਾ ਔਖਾ। ਔਰ ਜਿੰਨੀ ਮਤ ਨੀਵੀਂ ਹੋਏਗੀ ਉਨੀ ਸੋਚ ਵੀ ਨੀਵੀਂ ਹੋਏਗੀ, ਉਨੀ ਅਸੀਂ ਸੋਚ ਵੀ ਨੀਵੀਂ ਆਪਣੀ ਰੱਖਾਂਗੇ। ਇਸ ਲਈ ਕਹਿੰਦੇ ਕਈਆਂ ਦੇ ਕੋਲ ਉੱਤਮ ਮਤ ਵੀ ਨਹੀਂ, ਕਈਆਂ ਦੇ ਕੋਲ ਜਿਹੜੀ ਹੈ ਬੁੱਧ ਵੀ ਨਹੀਂ ਚੰਗੀ, ਔਰ ਕਈਆਂ ਦੇ ਕੋਲ ਸਫਲਤਾ ਵੀ ਨਹੀਂ ਹੈ। ਔਰ ਅੱਖਰ ਕਾ ਭਿਓ ਨਾ ਲਹੰਤ, ਇੱਕ ਅੱਖਰ ਦਾ ਵੀ ਭੇਦ ਨਹੀਂ ਉਹ ਜਾਣਦੇ। ਅਸੀਂ ਸਾਰੀ ਗੁਰਬਾਣੀ ਨੂੰ ਤਾਂ ਕੀ ਸਮਝਣਾ ਸੀ, ਅਸੀਂ ਤੇ ਹਜੇ ਇਹ ਨਹੀਂ ਸਮਝ ਸਕੇ ਕਿ ਇਹ ਇੱਕ ਅੱਖਰ ਜੇ ਮਨ ਦੇ ਵਿੱਚ ਵਸ ਜਾਏ, ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਹਜੇ ਉਹ ਕਿਣਕਾ ਹੀ ਨਹੀਂ ਸਮਝ ਆਇਆ, ਪਾਠ ਅਸੀਂ ਪੂਰਾ ਕਰ ਲਿਆ, ਪਰ ਉਹ ਇੱਕ ਕਿਣਕੇ ਦਾ ਵੀ ਹਜੇ ਭੇਦ ਨਹੀਂ ਜਾਣਿਆ। ਹਜ਼ਾਰਾਂ ਸ਼ਬਦ ਅਸੀਂ ਗੁਰਬਾਣੀ ਦੇ ਪੜ੍ਹੇ, ਪਰ ਮਾਫ ਕਰਨਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਹਜੇ ਇਹ ਭੇਦ ਤੇ ਆਪਾਂ ਜਾਣਿਆ ਹੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਕਈ ਉਹ ਨੇ ਜਿਨ੍ਹਾਂ ਕੋਲ ਨਾ ਅਕਲ ਹੁੰਦੀ ਹੈ, ਨਾ ਬੁੱਧ ਹੁੰਦੀ ਹੈ, ਨਾ ਮਤ ਹੁੰਦੀ ਹੈ, ਤੇ ਨਾ ਹੀ ਉਹ ਅੱਖਰ ਦਾ ਭੇਦ ਜਾਣਦੇ ਨੇ, ਪਰ ਗੱਲਾਂ ਬੜੀਆਂ ਵੱਡੀਆਂ ਕਰਦੇ ਨੇ। ਉਹ ਮੁੱਖ ਤੋਂ ਗੱਲਾਂ ਹੀ ਕਰਨੀਆਂ, ਪਰ ਗੱਲੀ ਜੋਗ ਨਾ ਹੋਈ, ਗੱਲਾਂ ਨਾਲ ਤੇ ਜੋਗ ਨਹੀਂ ਨਾ ਬਣਨਾ। ਹੁਣ ਇੱਥੋਂ ਬੋਲ ਕੇ ਮੈਂ ਵੱਡੀਆਂ ਵੱਡੀਆਂ ਗੱਲਾਂ ਤੁਹਾਡੇ ਸਾਹਮਣੇ ਰੱਖਾਂ, ਤੁਸੀਂ ਕਈ ਵੇਖੀ ਦੇ ਨੇ ਦੁਨੀਆ ਵਿੱਚ
ਬੜੀ ਕਮਾਲ ਦੀਆਂ ਗੱਲਾਂ ਕਰਦੇ ਨੇ, ਫਿਲਾਸਫਰ ਦੇ ਰੂਪ ਵਿੱਚ ਵੀ, ਗਿਆਨ ਦੇ ਰੂਪ ਵਿੱਚ ਵੀ, ਪਰ ਜਦੋਂ ਅੰਦਰ ਦਾ ਭਾਂਡਾ ਵੇਖੀਦਾ ਤੇ ਕਰੂਪਤਾ ਵਾਲਾ ਹੁੰਦਾ ਹੈ। ਫਿਰ ਸਮਝ ਆਈ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਕਿ ਇਹ ਸਿਰਫ ਨਿਰੀਆਂ ਗੱਲਾਂ ਵਾਲੇ ਹੀ ਨੇ, ਅਸਲ ਵਿੱਚ ਇਹ ਅੰਦਰੋਂ ਇਹ ਭੇਦ ਜਾਣਦੇ ਨਹੀਂ। ਹੁਣ ਗੱਲਾਂ ਸਮਾਜ ਵਿੱਚ ਕਰਨੀਆਂ ਬੜੀਆਂ ਵੱਡੀਆਂ ਨੇ, ਪਰ ਉਹਦਾ ਜੇ ਭੇਦ ਹੀ ਨਹੀਂ ਆਪਾਂ ਜਾਣਦੇ ਤੇ ਫਿਰ ਗੱਲਾਂ ਦਾ ਵੀ ਕੋਈ ਲਾਭ ਨਹੀਂ। ਇਸ ਲਈ ਸਾਹਿਬ ਕਹਿੰਦੇ ਦੁਨੀਆ 'ਚ ਬਹੁਤ ਵੱਡੀਆਂ ਗੱਲਾਂ ਕਰਨ ਵਾਲੇ ਜਿਹੜੇ ਲੋਕ ਨੇ, ਅਸਲ ਦੇ ਵਿੱਚ ਉਹ ਨਾ ਕਾਮਯਾਬ ਨੇ, ਨਾ ਉਹਨਾਂ ਦੀ ਅਕਲ ਬੁੱਧ ਕੰਮ ਕਰਦੀ ਹੈ, ਤੇ ਨਾ ਹੀ ਉਹਨਾਂ ਨੂੰ ਇੱਕ ਅੱਖਰ ਦਾ ਵੀ ਭੇਦ, ਉਹਨਾਂ ਨੂੰ ਇੱਕ ਅੱਖਰ ਦੀ ਵੀ ਸਮਝ ਨਹੀਂ ਹੁੰਦੀ ਹੈ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਨਰ ਮਨ ਦੇ ਤਲ ਤੇ ਉਹ ਪ੍ਰਾਣੀ, ਅਸਲ ਦੇ ਵਿੱਚ ਮੈਨੂੰ ਤਾਂ ਮਨੁੱਖ ਲੱਗਦਾ ਹੀ ਨਹੀਂ ਹੈ। ਅਸਲ ਵਿੱਚ ਮੈਨੂੰ ਉਹ ਮਨੁੱਖ ਜਿਹਦਾ ਮਨ ਦੇ ਤਲ ਤੇ ਜਿਹਨੂੰ ਸੋਝੀ ਨਹੀਂ ਹੋਈ, ਜਿਹਨੂੰ ਸਮਝ ਹੀ ਨਹੀਂ ਆਈ, ਉਹਨੂੰ ਮਹਾਰਾਜ ਕਹਿੰਦੇ ਉਹਨੂੰ ਮਨੁੱਖ ਤੁਸੀਂ ਕਿਵੇਂ ਕਹਿ ਦਿਓਗੇ? ਫਿਰ ਗੁਰੂ ਸਾਹਿਬ ਤੁਹਾਨੂੰ ਕੀ ਲੱਗਦਾ ਹੈ? ਮੈਨੂੰ ਮਹਾਰਾਜ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਤੇ ਇਦਾਂ ਲੱਗਦਾ ਜਿਵੇਂ ਮਨੁੱਖ ਘੱਟ ਹੈ ਤੇ ਖੋਤਾ ਜ਼ਿਆਦਾ ਹੈ। ਖਰ ਦਾ ਅਰਥ ਕੀ ਹੁੰਦਾ ਹੈ? ਖੋਤਾ। ਗਰਦਬ ਵੀ ਜਿਹਨੂੰ ਗੁਰਬਾਣੀ ਵਿੱਚ ਕਿਹਾ ਗਿਆ, ਗਧਾ ਜਿਹਨੂੰ ਕਿਹਾ ਗਿਆ, ਬਸ ਬਾਹਰ ਦਾ ਬੋਝ ਹੀ ਆਪਣੇ ਤੇ ਲੱਦੀ ਜਾ ਰਿਹਾ, ਲੱਦੀ ਜਾ ਰਿਹਾ, ਵਿਕਾਰਾਂ ਦਾ ਭਾਰ ਹੀ ਆਪਣੇ ਤੇ ਲੱਦੀ ਜਾ ਰਿਹਾ, ਸਮਝ ਹੈ ਹੀ ਕੋਈ ਨਹੀਂ ਵੀ ਜਾਣਾ ਕਿਹੜੇ ਪਾਸੇ ਹੈ। ਕਰਮ ਜਿਹੜੇ ਨੇ ਪਸ਼ੂਆਂ ਵਾਲੇ ਕਰੀ ਜਾਂਦਾ, ਢਾਂਚਾ ਸਰੀਰ ਦਾ ਮਨੁੱਖ ਵਾਲਾ ਲੈ ਕੇ ਤੁਰਿਆ ਹੋਇਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤ ਮਨੁੱਖ ਵਾਲੀ ਹੈ ਪਰ ਕਰਮ ਪਸ਼ੂ ਵਾਲੇ ਕਰਦਾ ਹੈ। ਇਸ ਲਈ ਮਹਾਰਾਜ ਕਹਿੰਦੇ ਨਾਨਕ ਤੇ ਨਰ, ਤੇ ਦਾ ਅਰਥ ਹੁੰਦਾ ਉਹ ਨਰ, ਉਹ ਪ੍ਰਾਣੀ ਅਸਲ ਖਰ, ਅਸਲ ਵਿੱਚ ਉਹ ਗਧੇ ਨੇ, ਉਹ ਖੋਤੇ ਨੇ, ਉਹ ਗਰਦਬ ਦੀ ਤਰ੍ਹਾਂ ਨੇ। ਜੇ ਬਿਨ ਗੁਣ ਗਰਬ ਕਰੰਟ, ਇੱਕ ਵੀ ਗੁਣ ਪੱਲੇ ਨਹੀਂ, ਹੰਕਾਰ ਚੋਟੀ ਦਾ ਰੱਖ ਕੇ ਬੈਠੇ ਨੇ। ਇੱਕ ਵੀ ਗੁਣ ਅੰਦਰ ਨਹੀਂ, ਜਿਹਦਾ ਅੰਦਰ ਮਾਣ ਕਰ ਸਕਣ, ਹੰਕਾਰ ਜਿਹਦੇ ਤਲ ਤੇ ਕਰ ਸਕਣ, ਇੱਕ ਵੀ ਗੁਣ ਅੰਦਰ ਨਹੀਂ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਇੱਕ ਵੀ ਗੁਣ ਅੰਦਰ ਨਹੀਂ। ਅਵਗੁਣਾਂ ਨਾਲ ਭਰੇ ਹੋਏ ਨੇ ਤੇ ਹੰਕਾਰ ਏਡਾ ਕਰਦੇ ਨੇ ਜਿਵੇਂ ਪਤਾ ਨਹੀਂ ਕਿੱਡੇ ਚੋਟੀ ਦੇ ਵਿਦਵਾਨ ਹੋਣ, ਕਿੰਨੇ ਚੋਟੀ ਦੇ ਫਿਲਾਸਫਰ ਹੋਣ, ਗੁਣੀ ਗਿਆਨੀ ਹੋਣ, ਜਿਵੇਂ ਰੱਬ ਨੂੰ ਇਹਨਾਂ ਨੇ ਹੀ ਪਾਲਿਆ ਹੋਵੇ, ਕਿਸੇ ਹੋਰ ਨੇ ਪਾਇਆ ਹੀ ਨਾ ਹੋਵੇ। ਕਹਿੰਦੇ ਨੇ ਗੱਲਾਂ ਇੰਨੀਆਂ ਉੱਚੀਆਂ ਹੰਕਾਰ ਦੀਆਂ ਕਰਦੇ ਨੇ, ਪਰ ਮਹਾਰਾਜ ਕਹਿੰਦੇ ਇਹ ਜਿਹੜੀ ਉੱਚੀਆਂ ਵੱਡੀਆਂ ਗੱਲਾਂ ਬਿਨਾਂ ਗਿਆਨ ਤੋਂ ਜਿਹੜੇ ਇਹ ਗੱਲਾਂ ਕਰਨ ਵਾਲੇ ਨੇ, ਮੈਨੂੰ ਤੇ ਅਸਲ ਵਿੱਚ ਖਾਰੀ ਨਜ਼ਰ ਆਉਂਦੇ ਨੇ, ਕਿਉਂਕਿ ਬਿਨਾਂ ਗੁਣਾ ਤੋਂ ਹੀ ਹੰਕਾਰ ਕਰੀ ਜਾਂਦੇ, ਪੱਲੇ ਕੱਖ ਨਹੀਂ। ਚਲੋ ਬੰਦਾ ਕਹਿੰਦਾ ਨਾ ਵੀ ਇਹਦੇ ਕੋਲ ਕੁਝ ਹੈ ਤਾਂ ਮਾਣ ਕਰਦਾ ਹੈ, ਤਾਂ ਹੰਕਾਰ ਕਰਦਾ ਹੈ, ਪਰ ਜਿਹਦੇ ਪੱਲੇ ਹੈ ਹੀ ਕੱਖ ਨਹੀਂ ਹੈ ਉਹ ਵੀ ਹੰਕਾਰ ਕਰੀ ਜਾਏ, ਉਹ ਵੀ ਮਾਣ ਕਰੀ ਜਾਏ। ਇਸ ਲਈ ਗੁਰੂ ਸਾਹਿਬ ਜੀ ਨੇ ਆਖਿਆ ਕੀ ਨਹੀਂ ਇਹਦੇ ਪੱਲੇ? ਮਨ ਦਾ ਅੰਧਾ ਹੈ, ਆਪਣੀਆਂ ਆਦਤਾਂ ਆਪਣੇ ਸੁਭਾਅ ਬਾਰੇ ਜਾਣਦਾ ਹੀ ਨਹੀਂ ਹੈ, ਹਿਰਦੇ ਦਾ ਭਾਂਡਾ ਉਹ ਮੁੱਦਾ ਕਰਕੇ ਬੈਠਾ ਹੋਇਆ ਹੈ, ਔਰ ਜੋ ਗੁਰੂ ਸਾਹਿਬ ਗੁਰਬਾਣੀ ਵਿੱਚ ਕਹਿ ਰਹੇ ਨੇ, ਸਮਝਾ ਰਹੇ ਨੇ, ਉਹਨੂੰ ਜਾਣਨ ਦੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਪਿਆ। ਅੰਦਰੋਂ ਕਰੂਪ ਬਣ ਕੇ ਬੈਠਾ ਹੋਇਆ ਔਰ ਅੰਦਰੋਂ ਸੁਗੜ ਸਰੂਪ ਹੋਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਜਿਹੜੇ ਧੁਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਨੂੰ ਗਾਇਆ ਤੇ ਰਬਾਬ ਦੀ ਧੁਨ ਤੇ ਹੀ ਗਾਇਆ ਸੀ ਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਰਬਾਬ ਦੇ ਆਸਰੇ ਹੀ ਗਾਇਆ ਨਾ। ਤੇ ਕਹਿਣ ਲੱਗੇ ਇਹਨਾਂ ਨੂੰ ਹਜੇ ਸਮਝ ਹੀ ਨਹੀਂ, ਨਾ ਇਹਨਾਂ ਨੂੰ ਹਜੇ ਨਾਦ ਦੀ ਸਮਝ, ਨਾ ਵੇਦ ਦੀ ਸਮਝ, ਨਾ ਹਜੇ ਇਹਨਾਂ ਨੂੰ ਗਾਉਣ ਦੇ ਰਸ ਦੀ ਸਮਝ ਹੈ। ਇਹਨਾਂ ਦੇ ਪੱਲੇ ਹੈ ਹੀ ਕੁਛ ਨਹੀਂ, ਨਾ ਕੋਈ ਕਾਮਯਾਬੀ ਹਾਸਲ ਕੀਤੀ, ਨਾ ਅਕਲ, ਨਾ ਬੁੱਧ, ਕੁਛ ਵੀ ਨਹੀਂ। ਇਹ ਅਸਲ ਵਿੱਚ ਜਿਹੜੇ ਅਵਗੁਣਾਂ ਨਾਲ ਭਰੇ ਨੇ, ਬਿਨਾਂ ਹੀ ਕਿਸੇ ਮਤਲਬ ਦੇ ਹੰਕਾਰ ਕਰਦੇ। ਤਾਂ ਮਹਾਰਾਜ ਕਹਿੰਦੇ ਕਹਿਣਾ ਪਏਗਾ ਨਾਨਕ ਤੇ ਨਰ, ਉਹ ਜਿਹੜੇ ਪ੍ਰਾਣੀ ਹਨ ਅਸਲ ਦੇ ਵਿੱਚ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ, ਬਿਨਾਂ ਕਿਸੇ ਕਾਰਨ ਦੇ ਹੀ ਖਾਲੀ ਭਾਂਡਾ ਲੈ ਕੇ ਹੰਕਾਰ ਕਰਦੇ ਰਹਿੰਦੇ ਹਨ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ। ਅਗਲਾ ਸ਼ਲੋਕ ਜਦੋਂ ਆਪਾਂ ਨਾਲ ਪੜ੍ਹਿਆ ਤੇ ਇੱਕ ਗੱਲ ਕਲੀਅਰ ਹੁੰਦੀ ਜਾਪਦੀ ਹੈ ਵੀ ਕੋਈ ਬ੍ਰਾਹਮਣ ਹੈ ਜਿਹੜਾ ਗੁਰੂ ਸਾਹਿਬ ਦੇ ਸਾਹਮਣੇ ਬੈਠਾ ਹੈ, ਉਹ ਆਪਣੇ ਬ੍ਰਾਹਮਣ ਹੋਣ ਦਾ ਮਾਣ ਬੜਾ ਕਰ ਰਿਹਾ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੂੰ ਪੰਡਤ ਵੀ ਮਿਲੇ ਜਿਹੜੇ ਕਹਿੰਦੇ ਅਸੀਂ ਬੜੇ ਵਿਦਵਾਨ ਆ ਚੋਟੀ ਦੇ,
ਤੇ ਸਾਡੇ ਨਾਲ ਬੈਠ ਕੇ ਤੁਸੀਂ ਵਿਚਾਰਾ ਕਰੋ, ਚਰਚਾ ਕਰੋ। ਮਹਾਰਾਜ ਕਹਿੰਦੇ ਤੁਸੀਂ ਤਾਂ ਅੰਦਰੋਂ ਹੰਕਾਰ ਨਾਲ ਭਰੇ ਹੋ, ਤੁਹਾਡੇ ਨਾਲ ਕਾਹਦੀ ਚਰਚਾ ਕਰਨੀ। ਤੇ ਗੁਰਬਾਣੀ ਵਿੱਚ ਹਰ ਇੱਕ ਦੀ ਡੈਫੀਨੇਸ਼ਨ, ਪਰਿਭਾਸ਼ਾ ਦਿੱਤੀ ਗਈ ਹੈ। ਗੱਲ ਤੇ ਸਮਝਣ ਦੀ ਸੀ ਨਾ, ਕਿ ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਨੇ, ਉਹ ਸਮਝਣਾ ਸੀ, ਅਸੀਂ ਇਕੱਲਾ ਪੜ੍ਹਨਾ ਨਹੀਂ ਸੀ। ਬ੍ਰਾਹਮਣ ਕਿਹਨੂੰ ਕਹਿੰਦੇ ਨੇ, ਉਹ ਸਮਝਣਾ ਸੀ, ਗੁਰਬਾਣੀ ਵਿੱਚੋਂ ਉਹਦੇ ਲੱਛਣ ਸਮਝਣੇ ਸੀ, ਇਕੱਲਾ ਪੜ੍ਹਨਾ ਨਹੀਂ ਸੀ। ਇਹ ਇਕੱਲਾ ਪੜ੍ਹਨ ਦਾ ਕਾਰਨ ਹੀ ਸਾਡੇ ਵਿਵਾਦ ਦਾ ਬਣ ਗਿਆ। ਜੇ ਇਕੱਲਾ ਪੜ੍ਹਿਆ ਤੇ ਵਿਵਾਦ ਖੜਾ ਹੋ ਗਿਆ, ਜੇ ਉਹਨੂੰ ਸਮਝ ਲੈਂਦੇ ਤੇ ਕਦੇ ਵਿਵਾਦ ਹੋਣਾ ਹੀ ਨਹੀਂ ਸੀ। ਸੋ ਪੰਡਤ ਜੋ ਮਨ ਪਰ ਬੋਧੈ, RAM ਨਾਮ ਆਤਮ ਮੈਂ ਸੋਧੈ। ਉਹ ਹੈ ਅਸਲ ਵਿੱਚ ਪੰਡਤ, ਜਿਹਨੇ ਪਰਮੇਸ਼ਵਰ ਦੇ ਨਾਮ ਨੂੰ ਸੋਧ ਕੇ ਆਪਣੇ ਅੰਦਰ ਨੂੰ ਰੰਗ ਲਿਆ। ਤੇ ਜਿਹੜਾ ਬਾਹਰੋਂ ਨਿਰੀਆਂ ਗੱਲਾਂ ਕਰਦਾ ਹੈ, ਮਹਾਰਾਜ ਕਹਿੰਦੇ ਮੈਂ ਨਹੀਂ ਮੰਨਦਾ ਇਹਨੂੰ ਪੰਡਤ। ਕਬੀਰ ਸਾਹਿਬ ਜੀ ਨੂੰ ਵੀ ਇਹੀ ਕਿਹਾ ਸੀ। ਬ੍ਰਾਹਮਣ ਕਹਿੰਦਾ, ਕਬੀਰ ਤੂੰ ਜੁਲਾਹਾ, ਮੈਂ ਉੱਚੀ ਜਾਤੀ ਦਾ ਬ੍ਰਾਹਮਣ, ਤੇਰਾ ਮੇਰਾ ਮੇਲ ਨਹੀਂ ਹੋ ਸਕਦਾ, ਕਦੇ ਭੁੱਲ ਕੇ ਵੀ ਮੇਰੇ ਸਾਹਮਣੇ ਨਾ ਆ ਜਾਈਂ। ਕਬੀਰ ਜੀ ਕਹਿੰਦੇ ਹੱਦ ਹੋ ਗਈ। ਇਹ ਜਦੋਂ ਵੀ ਮੇਰੇ ਸਾਹਮਣੇ ਆਉਂਦਾ ਹੰਕਾਰ ਦੀ ਬੋਲੀ ਬੋਲ ਕੇ ਕਹਿੰਦਾ ਤੂੰ ਜੁਲਾਹਾ, ਤੂੰ ਕਬੀਰ ਜੁਲਾਹਾ, ਤੂੰ ਮੇਰੇ ਸਾਹਮਣੇ ਨਹੀਂ ਆਉਣਾ, ਤੇਰਾ ਪਰਛਾਵਾਂ ਵੀ ਪੈ ਗਿਆ ਤੇ ਮੇਰਾ ਚੌਂਕਾ ਵੀ ਭ੍ਰਿਸ਼ਟ, ਮੇਰਾ ਇਸ਼ਨਾਨ ਵੀ ਭ੍ਰਿਸ਼ਟ, ਤੇ ਮੇਰੀ ਨਾਮ ਜਪਿਆ ਵੀ ਮੇਰਾ ਭ੍ਰਿਸ਼ਟ। ਕਬੀਰ ਜੀ ਕਹਿੰਦੇ ਮੈਂ ਇੰਨਾ ਮਾੜਾ, ਕਿ ਰੱਬ ਜੀ ਨੇ ਮੈਨੂੰ ਇੰਨਾ ਮਾੜਾ ਪੈਦਾ ਕੀਤਾ। ਫਿਰ ਕੀ ਹੋਇਆ ਜੇ ਜੁਲਾਹੇ ਦੇ ਘਰ ਵਿੱਚ ਮੈਂ ਪਲਿਆ ਹਾਂ, ਜੁਲਾਹੇ ਦੇ ਘਰ ਦੀ ਮੋਹਰ ਮੇਰੇ ਤੇ ਲੱਗ ਗਈ ਹੈ, ਫਿਰ ਕੀ ਹੋਇਆ। ਕਹਿੰਦੇ ਫਿਰ ਅੱਜ ਆਈ ਜਾ, ਇੰਨਾ ਰੋਜ਼ ਹੀ ਤੂੰ ਰਾਹ ਘੇਰ ਕੇ ਖੜ ਜਾਣਾ। ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਅੱਜ ਦਾ ਫੈਸਲਾ ਕਰਕੇ ਜਾ। ਫਿਰ ਕਿੱਥੇ ਜਵਾਬ ਆਉਣਾ ਸੀ ਕਬੀਰ ਜੀ ਦੇ ਸਾਹਮਣੇ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਮਤ ਰਹੇ, ਏਕ ਸ਼ਬਦ ਲਿਵ ਲਾਏ। ਕਹਿਣ ਲੱਗੇ ਉਹਦੇ ਅੰਦਰ ਬ੍ਰਹਮਤ, ਮਤ ਉਹਦੀ ਬ੍ਰਾਹਮਣ ਵਾਲੀ ਹੁੰਦੀ ਹੈ ਜਿਹਨੇ ਇੱਕ ਸ਼ਬਦ ਨਾਲ ਆਪਣੇ ਲਿਵ ਨੂੰ ਲਾ ਲਿਆ। ਤੇ ਜਿਹਦੇ ਅੰਦਰ ਲਿਵ ਲੱਗੀ ਨਹੀਂ, ਉਹ ਕਾਹਦਾ ਬ੍ਰਾਹਮਣ ਹੈ। ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਸ਼ਲੋਕ ਵਿੱਚ ਸਮਝਾਈ। ਹੁਣ ਦੂਜੇ ਵਿੱਚ ਸਤਿਗੁਰੂ ਜੀ ਕਿਰਪਾ ਕਹਿੰਦੇ ਸੋ ਬ੍ਰਹਮਣ ਜੋ ਬਿੰਦ ਹੈ ਬ੍ਰਹਮ, ਜਿਹੜਾ ਬ੍ਰਹਮੰਡ ਵਿੱਚ ਰਹਿ ਕੇ ਬ੍ਰਹਮ ਨੂੰ ਸਮਝ ਲਵੇ, ਜਿਹੜਾ ਬ੍ਰਹਮ ਦੇ ਨਾਲ ਜੁੜ ਜਾਏ। ਤੇ ਅਸਲ ਵਿੱਚ ਜੇ ਦੇਖਿਆ ਜਾਏ ਨਾ, ਤੇ ਜਿਹੜੇ 15 ਭਗਤ ਨੇ ਇਹ ਨੇ ਅਸਲ ਵਿੱਚ ਬ੍ਰਾਹਮਣ। ਅਸੀਂ ਤੇ ਜਾਤ ਪਾਤ ਵਿੱਚ ਫਸੇ ਹੋਏ ਆ ਨਾ। ਜਾਤ ਪਾਤ ਵਿੱਚ ਬ੍ਰਾਹਮਣ ਨੂੰ ਇੱਕ ਜਾਤੀ ਦਾ ਨਾਮ ਦੇ ਦਿੱਤਾ, ਪਰ ਬ੍ਰਾਹਮਣ ਦਾ ਅਰਥ ਸੀ ਜਿਹਨੂੰ ਬ੍ਰਹਮ ਦੀ ਸੋਝੀ, ਬ੍ਰਹਮ ਦਾ ਗਿਆਨ ਜਿਹਨੂੰ ਹੋ ਗਿਆ। ਤੇ ਜਿਹਨੂੰ ਬ੍ਰਹਮ ਦਾ ਗਿਆਨ ਹੋਇਆ, ਉਹਨਾਂ ਨੇ ਕਹਿ ਦਿੱਤਾ ਜੋ ਬ੍ਰਹਮੰਡੈ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਇਹ ਹੈ ਅਸਲ ਵਿੱਚ ਬ੍ਰਾਹਮਣ, ਜਿਹਨੂੰ ਬ੍ਰਹਮ ਦੀ ਸਮਝ ਆ ਗਈ। ਇਸ ਲਈ ਸਾਹਿਬ ਕਹਿੰਦੇ ਸੋ ਬ੍ਰਹਮਣ, ਉਹ ਹੈ ਅਸਲ ਵਿੱਚ ਮੇਰੀ ਨਜ਼ਰ ਦੇ ਵਿੱਚ ਬ੍ਰਾਹਮਣ। ਜੋ ਬਿੰਦੈ ਬ੍ਰਹਮ, ਜਿਹੜਾ ਬ੍ਰਹਮ ਨਾਲ ਜੁੜ ਗਿਆ ਔਰ ਜਿਹਨੇ ਆਪਣੇ ਹਿਰਦੇ ਵਿੱਚ ਬ੍ਰਹਮ ਨੂੰ ਵਸਾ ਲਿਆ, ਜਿਹਨੇ ਉਹਦੇ ਨਾਲ ਆਪਣੀ ਸੁਰਤ ਨੂੰ ਜੋੜ ਲਿਆ। ਜਪ ਤਪ ਸੰਜਮ ਕਮਾਵੇ ਕਰਮ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫਿਰ ਉਹ ਜਿਹੜਾ ਬ੍ਰਾਹਮਣ ਅਸਲ ਵਿੱਚ ਹੁੰਦਾ ਨਾ, ਉਹ ਕੋਈ ਵੱਖਰਾ ਜਪ ਤਪ ਨਹੀਂ ਕਰਦਾ। ਉਹ ਬਾਹਰੋਂ ਕੋਈ ਵੱਖਰੀਆਂ ਧੂਣੀਆਂ ਬਾਲਣੀਆਂ ਜਾਂ ਬਾਹਰ ਦੀ ਕਿਰਿਆ ਨਹੀਂ ਕਰਦਾ। ਉਹਦੇ ਲਈ ਫਿਰ ਉਸ ਬ੍ਰਹਮ ਪਰਮੇਸ਼ਵਰ ਦਾ ਨਾਮ ਹੀ ਜਪ ਤਪ ਤੇ ਸੰਜਮ ਬਣ ਜਾਂਦਾ ਹੈ। ਉਹਦਾ ਨਾਮ ਸਿਮਰਨ ਹੀ ਉਹਦੇ ਲਈ ਜਪ ਹੈ, ਉਹਦੇ ਲਈ ਤਪ ਹੈ। ਸੰਜਮ ਦਾ ਅਰਥ ਹੁੰਦਾ ਇੰਦਰੀਆਂ ਨੂੰ ਕਾਬੂ ਵਿੱਚ ਕਰਨਾ, ਇੰਦਰੀਆਂ ਨੂੰ ਕੰਟਰੋਲ ਕਰਨਾ। ਕਹਿੰਦੇ ਕਮਾਵੇ ਕਰਮ, ਜਿਹੜਾ ਪਰਮੇਸ਼ਵਰ ਨਾਲ ਜੁੜ ਕੇ ਬ੍ਰਹਮ ਨੂੰ ਜਾਣ ਕੇ ਉਹਦੇ ਨਾਮ ਦੀ ਕਮਾਈ ਕਰਦਾ ਹੈ, ਜਿਹੜਾ ਇਹੋ ਜਿਹਾ ਕਰਮ ਕਰਦਾ ਹੈ, ਉਹਨੂੰ ਕਿਸੇ ਹੋਰ ਜਪ ਤਪ ਸੰਜਮ ਦੀ ਜ਼ਰੂਰਤ ਨਹੀਂ ਪੈਂਦੀ ਹੈ। ਸੀਲ ਸੰਤੋਖ ਕਾ ਰੱਖੇ ਧਰਮ। ਉਹਦਾ ਧਰਮ ਕੀ ਹੁੰਦਾ ਹੈ? ਧਰਮ ਇੱਕ ਮਰਿਆਦਾ ਹੈ। ਉਹਦੇ ਅੰਦਰ ਦੀ ਮਰਿਆਦਾ ਕੀ ਹੁੰਦੀ ਹੈ? ਸੀਲ ਸੰਤੋਖ। ਉਹਦਾ ਸੁਭਾਅ ਸ਼ੀਤਲਤਾ ਵਾਲਾ ਹੁੰਦਾ ਹੈ। ਉਹ ਕਦੇ ਉਹਦਾ ਸੁਭਾਅ ਵਿੱਚ ਕਦੇ ਗਰਮੀ ਨਹੀਂ ਖਾਂਦਾ। ਉਹ ਸ਼ੀਲ ਦਾ ਅਰਥ ਹੁੰਦਾ ਮਿੱਠਾ ਸੁਭਾਅ। ਉਹਦੇ ਸੁਭਾਅ ਵਿੱਚ ਕਦੇ ਤਪਸ਼ ਨਹੀਂ ਆਉਂਦੀ, ਉਹ ਸ਼ੀਤਲਤਾ ਵਿੱਚ ਰਹਿੰਦਾ ਹੈ ਔਰ ਉਹਦੇ ਅੰਦਰ ਕਦੇ ਲੋਭ ਲਾਲਚ ਨਹੀਂ ਆਉਂਦਾ। ਉਹ ਸਦਾ ਸੰਤੋਖ ਨਾਲ ਹੀ ਅੰਦਰੋਂ ਭਰਿਆ ਰਹਿੰਦਾ ਹੈ। ਅਸਲ ਵਿੱਚ ਉਹ ਬ੍ਰਾਹਮਣ ਹੈ ਜਿਹੜਾ ਸ਼ੀਲ ਸੰਤੋਖ ਕਾ ਰੱਖੈ ਧਰਮ।
ਕਹਿੰਦੇ ਜਿਹੜਾ ਆਪਣੇ ਅੰਦਰ ਆਹ ਧਰਮ ਰੱਖਦਾ ਹੈ, ਜਿਹੜਾ ਬਾਹਰੋਂ ਬ੍ਰਾਹਮਣ ਉਹਨੇ ਤੇ ਬਾਹਰ ਦੇ ਧਰਮ ਦੇ ਚਿੰਨ੍ਹ ਪਾ ਕੇ ਕਿਹਾ ਮੈਂ ਧਰਮੀ ਆ, ਪਰ ਅਸਲ ਵਿੱਚ ਧਰਮੀ ਕੌਣ ਹੈ? ਜਿਹਦਾ ਸੁਭਾਅ ਸ਼ੀਤਲ ਹੈ, ਮਿੱਠਾ ਸੁਭਾਅ ਹੈ, ਪਿਆਰ ਵਾਲਾ ਸੁਭਾਅ ਹੈ, ਤੇ ਜਿਹਦੇ ਅੰਦਰ ਸਬਰ ਤੇ ਸੰਤੋਖ ਵਾਲਾ ਗੁਣ ਹੈ। ਬੰਧਨ ਤੋੜੈ ਹੋਵੈ ਮੁਕਤ। ਸਭ ਕਹਿੰਦੇ ਸੋ ਬ੍ਰਾਹਮਣ ਉਹ ਹੈ ਬ੍ਰਾਹਮਣ ਜਿਹੜਾ ਬੰਧਨ ਤੋੜੈ ਹੋਵੈ ਮੁਕਤ, ਜਿਹੜਾ ਆਪਣੇ ਮਨ ਨੂੰ ਇਹਨਾਂ ਸਾਰੇ ਬੰਧਨਾਂ ਤੋਂ ਛੁਡਵਾ ਲਵੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਦੇ ਚੱਕਰ ਵੀ ਉਹਨੂੰ ਤੋੜ ਕੇ ਜਿਹੜਾ ਮੁਕਤ ਹੋ ਜਾਵੇ, ਸੋ ਬ੍ਰਾਹਮਣ। ਗੁਰੂ ਸਾਹਿਬ ਕਹਿੰਦੇ ਮੈਂ ਉਹਨੂੰ ਬ੍ਰਾਹਮਣ ਸਮਝਦਾ ਹਾਂ। ਸੋਈ ਬ੍ਰਾਹਮਣ ਪੂਜਣ ਜੁਗਤ। ਇਸ ਜਗਤ ਵਿੱਚ ਉਹੀ ਬ੍ਰਾਹਮਣ ਪੂਜਣ ਦੇ ਯੋਗ, ਪੂਜਣ ਦਾ ਇੱਥੇ ਅਰਥ ਹੈ ਮਾਨ ਸਨਮਾਨ ਇੱਜ਼ਤ ਪਿਆਰ ਦੇਣ ਦੇ ਯੋਗ ਉਹੀ ਬ੍ਰਾਹਮਣ ਹੈ, ਜਿਹਨੇ ਆਪਣੇ ਅੰਦਰ ਦੇ ਬੰਧਨ ਨੂੰ ਤੋੜ ਕੇ ਆਪਣੇ ਮਨ ਨੂੰ ਮੁਕਤ ਕਰ ਲਿਆ। ਭਾਵ ਅਗਿਆਨਤਾ ਵਿੱਚੋਂ ਦੀ ਨਿਕਲ ਕੇ ਗਿਆਨ ਦੀ ਰੋਸ਼ਨੀ ਵਿੱਚ ਜਿਹਨੇ ਮਨ ਕਰਕੇ ਆਉਣਾ ਕੀਤਾ, ਔਰ ਪਰਮੇਸ਼ਵਰ ਦੇ ਨਾਮ ਨੂੰ ਹੀ ਜਪ ਤਪ ਜਿਹਨੇ ਬਣਾ ਲਿਆ ਹੈ, ਔਰ ਜਿਹਨੇ ਉਸ ਬ੍ਰਹਮ ਨੂੰ ਜਾਣ ਲਿਆ ਹੈ, ਉਹ ਹੈ ਅਸਲ ਵਿੱਚ ਬ੍ਰਾਹਮਣ, ਉਹ ਹੈ ਅਸਲ ਵਿੱਚ ਸੁਗੜ ਸਰੂਪ। ਅਸੀਂ ਵੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬ੍ਰਹਮ ਨੂੰ ਸਮਝਣ ਲਈ ਆਏ ਆ। ਆਪਾਂ ਵੀ ਕਹਿ ਲਓ ਬ੍ਰਾਹਮਣ ਹੀ ਬਣਨ ਆਏ ਆ। ਬ੍ਰਹਮ ਨੂੰ ਸਮਝਣ ਵਾਸਤੇ ਤੇ ਅੰਦਰ ਦੇ ਜਿਹੜੇ ਬੰਧਨ ਨੇ ਉਹ ਤੋੜਨ ਲਈ ਆਏ ਆ। ਸਤਿਗੁਰ ਸਿੱਖ ਕੇ ਬੰਧਨ ਕਾਟੇ। ਤੇ ਸਤਿਗੁਰੂ ਜੀ ਇੱਕ ਤਾਂ ਤੁਸੀਂ ਸਾਡੇ ਬੰਧਨ ਅੰਦਰ ਦੇ ਕੱਟੋ, ਤੇ ਦੂਜਾ ਸਾਡੇ ਤੇ ਇੱਕ ਕਿਰਪਾ ਕਰ ਦਿਓ ਗੁਰਾ, ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਮੈਨੂੰ ਉਸ ਬ੍ਰਹਮ ਦੀ ਸੋਝੀ ਦੇ ਦਿਓ ਤਾਂ ਕਿ ਮੈਂ ਅੰਦਰੋਂ ਸੁਗੜ ਸਰੂਪ ਹੋ ਕੇ ਚੰਗਾ ਸੁਭਾਅ ਚੰਗਾ ਜੀਵਨ ਬਣਾ ਕੇ ਆਪਣਾ ਵੀ ਭਲਾ ਕਰ ਸਕਾਂ ਤੇ ਦੂਜਿਆਂ ਦਾ ਵੀ ਭਲਾ ਮੈਂ ਕਰ ਸਕਾਂ। ਨਾ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰਾਂ ਤੇ ਨਾ ਮੈਂ ਦੂਜਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਾਂ। ਆਪਣਾ ਵੀ ਭਲਾ ਤੇ ਦੂਜਿਆਂ ਦਾ ਵੀ ਭਲਾ ਮੰਗ ਸਕਾਂ। ਇਹ ਗੁਰਬਾਣੀ ਵਿੱਚ ਜੋ ਸਾਨੂੰ ਸਮਝਾਇਆ ਗਿਆ, ਜਿੱਥੇ ਆਪਾਂ ਗੁਰਬਾਣੀ ਪੜ੍ਹਦੇ ਸੁਣਦੇ ਆ ਨਾ, ਕੋਸ਼ਿਸ਼ ਕਰਿਆ ਕਰੋ ਗੁਰਬਾਣੀ ਨੂੰ ਸਮਝੀਏ। ਜਿੰਨਾ ਗੁਰਬਾਣੀ ਸਾਨੂੰ ਸਮਝ ਆਏਗੀ ਉਨੀ ਨਫ਼ਰਤ ਈਰਖਾ ਵੈਰ ਵਿਰੋਧ ਇਹ ਸਭ ਕੁਝ ਸਾਡੇ ਜੀਵਨ ਚੋਂ ਦੂਰ ਹੋ ਜਾਏਗਾ। ਫਿਰ ਆਪਸੀ ਪ੍ਰੇਮ ਪਿਆਰ ਭਾਵਨਾ ਨਾਲ ਰਲ ਮਿਲ ਕੇ ਆਪਾਂ ਸਾਰੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਵਾਲੀ ਖੇਡ ਬਣਾ ਸਕਦੇ ਹਾਂ। ਇਸ ਲਈ ਸਤਿਗੁਰੂ ਜੀ ਅੱਗੇ ਅਰਦਾਸ ਕਰੀਏ, ਤੁਹਾਡੇ ਦਰ ਤੇ ਆਏ ਆ, ਸਾਡੇ ਤੇ ਕਿਰਪਾ ਕਰੋ, ਰੱਖ ਲਓ ਆਪਣੇ ਚਰਨਾਂ 'ਚ ਤੇ ਗਿਆਨ ਦੇ ਕੇ ਸਾਨੂੰ ਸਮਝਾ ਦਿਓ ਕਿਵੇਂ ਇਸ ਜੀਵਨ ਵਿੱਚ ਸਫਲਤਾ ਕਾਮਯਾਬੀ ਪ੍ਰਾਪਤ ਕਰਨੀ ਹੈ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਰਲ ਮਿਲ ਕੇ ਗੁਰਬਾਣੀ ਨੂੰ ਸੁਣਨ, ਗੁਰਬਾਣੀ ਨੂੰ ਪੜ੍ਹਨ ਤੇ ਸਮਝਣ ਦਾ ਯਤਨ ਕਰੀਏ। ਜਿਸ ਦਿਨ ਗੁਰਬਾਣੀ ਨੂੰ ਸਮਝ ਲਾਂਗੇ ਉਸ ਦਿਨ ਸਾਡੇ ਜੀਵਨ ਦੀ ਅਵਸਥਾ ਬਦਲ ਜਾਏਗੀ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਜਾਏਗਾ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ,
ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੇ ਬਾਣੀ ਤੇ ਨਿਤਨੇਮ ਦੇ ਧਾਰਨੀ ਬਣਾਉਣ। ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ